सट वजी मेरे, सट वजी, टांके लाते, स्टैपलर वाले टांके लाए सीगे स्टैप नाल, ते वो टांके लाते जिवें कि 7 दिनों बाद पट्टी बदलनी हुंदी, ते मेरी पट्टी घट्टो घट्ट 18-19 दिनों बाद बदलदी सी। ते मैं मिहनतां कड्ढी जाणियां बाई लै जाओ, कोई नहीं लैके आंदा, बिजी आ। दूजा रब मैनूं अज मिलिया पुत्त, मेरा पुत्त मेरे कालजे नाल लग गया ना। मैं NRI वीरां दा जां दूजे किसे भी लोकां दा जिन्हां ने मेरा साथ दिता है, मैं ना उन्हां दे पैरीं हत्थ ला के मैं इन्ना धन्नवाद करदा भी मैनूं मेरे पुत्त नूं मिलाता। मैं भुखी सौंदी रही, जे मेरे कोले कुछ होना मैं सरदार जी नूं थोड़ी घनी रोटी ला देनी, इन्हां नूं मैं कह देना मैं खा लैनी। इत्थे मंजा इन्हां दा डाया हुंदा सीगा, इहनूं बाहर कढ देना, आप फिर उसे रजेवें च किते किसे नूं फोन लाउणा पासे करके भी इहनूं दौरा ना पै जे, इहनूं आए ना हो जे। सट जी प्लास्टर करदा सीगा कंध ते उत्तों फट्टा टुट के डिग गया ते आ सिर वज्जिया ਉਹਦੇ ਵਿੱਚ। ਤੇ ਮੇਰਾ ਪੁੱਤ ਮੇਰੇ ਘਰੇ ਆ ਗਿਆ ਅੱਜ ਮੈਨੂੰ ਪਤਾ ਲੱਗਾ ਵੀ ਮੈਂ ਰੋਟੀ ਖਾ ਸਕਦਾ। ਮੈਨੂੰ ਇਦੋਂ ਪਹਿਲਾਂ ਕੋਈ ਉਮੀਦ ਨਹੀਂ ਸੀ ਵੀ ਮੇਰਾ ਪੁੱਤ ਮੇਰੇ ਘਰੇ ਆਊਗਾ ਕਿ ਮੈਂ ਕਿਵੇਂ ਰਹੂੰਗਾ। ਮੈਨੂੰ ਕਹਿੰਦੇ ਵੀ ਤੁਸੀਂ ਭਗਵੰਤ ਮਾਨ ਨਾਲ ਗੱਲ ਕਰ ਲਓ। ਮੈਂ ਭਗਵੰਤ ਮਾਨ ਦਾ ਫੋਨ ਲਾਈ ਗਈ, ਭਗਵੰਤ ਮਾਨ ਦੇ ਪੀਆ ਫੋਨ ਕੱਟ ਦਿੰਦਾ ਸੀ। ਪੈਸੇ ਜਿਹੜੇ ਸੀਗੇ ਉਹ ਲੱਗ ਗਏ ਸੀ, ਬਾਅਦ 'ਚ ਔਖਾ ਹੋ ਗਿਆ ਸੀ। ਬਾਅਦ ਤਾਂ ਜਿਵੇਂ ਹੁਣ 15 ਦਿਨ 4 ਦਿਨ ਕੰਮ ਕਰੀਏ, ਪਹਿਲਾਂ 1 ਦਿਨ ਜਾਂਦਾ ਹੁੰਦਾ ਸੀਗਾ, 2 ਦਿਨ ਜਾਂਦਾ ਸੀ, ਸਿਰ ਜੋ ਦਰਦ ਕਰਦਾ ਹੀ ਨਹੀਂ ਜਾਂਦਾ ਸੀ। ਜਿਵੇਂ ਵੀ ਸੱਟ ਵੱਜੀ ਮੇਰੇ, ਸੱਟ ਵੱਜਣ ਤੋਂ 4 ਦਿਨ ਬਾਅਦ ਮੈਨੂੰ ਕੰਮ ਤੇ ਲੈ ਗਏ, ਉਵੇਂ ਟਾਂਕੇ ਲੱਗਿਆ, ਕਹਿੰਦੇ ਤਾਂ ਕਰਨਾ ਹੀ ਪੈਣਾ, ਜਿਵੇਂ ਮਰਜ਼ੀ ਕਰ, ਤੇਰਾ ਦੁੱਖ ਦਾ ਕੁਛ ਵੀ ਹੈ, ਸਾਨੂੰ ਨਹੀਂ ਦਿੱਤਾ ਹੀ ਕੁਛ। ਆਪਦੀ ਮੈਂ ਛੋਟੀ ਉਮਰ 'ਚ ਬਹੁਤ ਤਕਲੀਫਾਂ ਝੱਲੀਆਂ ਤੇ ਫਿਰ ਮੈਨੂੰ ਆ ਵੀ ਤਕਲੀਫ ਝੱਲਣੀ ਪਈ, ਪਰ ਮੇਰਾ ਨਾ ਹੌਸਲਾ ਬਹੁਤ ਵੱਡਾ ਸੀਗਾ। ਪਰ ਇੱਕ ਨਾ ਪੁੱਤ ਸੀਗਾ ਕਰਕੇ ਬਾਹਰ ਪੁੱਤ ਬੈਠਾ ਸੀਗਾ ਮੇਰੇ, ਕਿਤੇ ਕੋਲੇ ਹੁੰਦਾ ਤਾਂ ਫਿਰ ਹੋਰ ਗੱਲ ਸੀਗੀ। ਉਦੋਂ ਮੈਂ ਕੁਛ ਕਰ ਨਹੀਂ ਸਕਦੀ ਸੀ ਪੁੱਤ, ਅੱਜ ਮੈਂ ਬਹੁਤ ਕੁਛ ਮਿਲ ਗਿਆ ਮੈਨੂੰ। ਇਹ ਤੇਰੀ ਦੇਣ ਆ ਪੁੱਤ, ਸੁਖਵਿੰਦਰ ਦੀ ਦੇਣ ਮੈਨੂੰ ਮਿਲੀ ਆ ਇਹ। ਤੇ ਜਾਂ ਜਿਹੜੇ ਵੀਰਾਂ ਨੇ ਮੇਰੀ ਮਦਦ ਕੀਤੀ, ਜਿਹੜੀਆਂ ਕੁੜੀਆਂ ਨੇ ਮੈਨੂੰ ਫੋਨ ਲਾਉਂਦੀਆਂ ਰਹੀਆਂ ਵੀ ਮਾਂ ਤੂੰ ਡੋਲਣਾ ਨਹੀਂ। ਜਦੋਂ ਹਮਦਰਦ ਮੀਡੀਆ ਦੇ ਵੱਲੋਂ ਤੁਹਾਡੇ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਗਈ, ਮੈਂ ਜਾਣਨਾ ਚਾਹੂੰਗਾ ਉਸ ਚੀਜ਼ ਦਾ ਕੋਈ, ਉਸ ਖਬਰ ਦਾ ਕੋਈ ਅਸਰ ਹੋਇਆ ਤੁਹਾਡੀ ਜ਼ਿੰਦਗੀ ਦੇ ਵਿੱਚ? ਕੋਈ ਮਦਦ ਮਿਲੀ ਉਸ ਖਬਰ ਦੀ? ਬਹੁਤ ਅਸਰ ਹੋਇਆ ਜੀ। ਜੇ ਖਬਰ ਨਾ ਹੁੰਦੀ ਤਾਂ ਮੈਂ ਨਹੀਂ ਹੋਣਾ ਸੀ ਇੱਥੇ, ਸੱਚੀ ਮਰ ਜਾਣਾ ਸੀ, ਉਹਨੂੰ ਖਤਮ ਹੋ ਜਾਣਾ ਸੀ। ਇੱਦਾਂ ਦੇ ਹਾਲਾਤ ਬੱਤਰ ਸੀਗੇ ਉੱਥੇ? ਹਾਂਜੀ, ਬਹੁਤ ਔਖਾ ਸੀ। ਤੇ ਮੇਰਾ ਆਹੀ ਜ਼ੋਰ ਨਹੀਂ ਚੱਲਦਾ ਸੀਗਾ। ਮੇਰੇ ਭਰਾਵਾਂ ਨੇ, ਮੇਰੇ ਪੁੱਤਾਂ ਨੇ, ਬਾਹਰ ਮੇਰੀਆਂ ਧੀਆਂ ਨੇ, ਉਹਨਾਂ ਨੇ ਮੇਰੇ ਪੁੱਤ ਦੀ ਨਾ ਮੈਨੂੰ ਬਾਂਹ ਫੜਾਤੀ ਤੇ ਮੈਂ ਖਿੱਚ ਲਿਆ। ਨਾ ਕੋਈ ਪਿੰਡ ਵਾਸੀ, ਨਾ ਕੋਈ ਪੰਚਾਇਤ, ਇਹ ਤਾਂ ਚਲੋ ਪਿੰਡ ਵਾਲੇ ਆ, ਸਾਡਾ ਕੋਈ ਰਿਸ਼ਤੇਦਾਰ ਨੇ ਫੋਨ ਕਰਕੇ ਵੀ ਨਹੀਂ ਪੁੱਛਿਆ ਵੀ ਤੁਹਾਡੇ ਤੇ ਕੀ ਦੁੱਖ ਹੈ, ਕੀ ਤਕਲੀਫ ਹੈ। ਸਤਿ ਸ਼੍ਰੀ ਅਕਾਲ, ਹਮਦਰਦ ਟੀਵੀ ਦੇਖ ਰਹੇ ਹੋ, ਮੈਂ ਹਾਂ ਸੁਖਵਿੰਦਰ ਸਿੰਘ। ਕੁਝ ਮਹੀਨੇ ਪਹਿਲਾਂ ਅਸੀਂ ਬਾਘਾ ਪੁਰਾਣੇ ਦੇ ਪਿੰਡ ਆਲਮਵਾਲਾ ਦੇ ਇੱਕ ਨੌਜਵਾਨ ਦੀ ਖਬਰ ਨਸ਼ਰ ਕੀਤੀ ਸੀ। ਇੱਕ ਪਰਿਵਾਰ ਤੁਹਾਡੇ ਰੂਬਰੂ ਕਰਵਾਇਆ ਸੀ ਜਿਨ੍ਹਾਂ ਦਾ ਇੱਕ ਲੌਤਾ ਪੁੱਤਰ ਦੁਬਈ ਦੇ ਵਿੱਚ ਬੁਰੀ ਤਰ੍ਹਾਂ ਫਸ ਗਿਆ ਸੀ। ਉਸ ਖਬਰ ਤੋਂ ਬਾਅਦ ਬਹੁਤ ਸਾਰੇ ਸਮਾਜ ਸੇਵੀ ਸੰਸਥਾਵਾਂ, ਬਹੁਤ ਸਾਰੇ ਪੰਜਾਬੀ ਭਾਈਚਾਰੇ ਦੇ ਨਾਲ ਜੁੜੇ ਲੋਕਾਂ ਦੇ ਵੱਲੋਂ, ਮੁਸਲਿਮ ਭਾਈਚਾਰੇ ਦੇ ਨਾਲ ਜੁੜੇ ਲੋਕਾਂ ਦੇ ਵੱਲੋਂ ਆਕਾਸ਼ਦੀਪ ਦੀ ਮਦਦ ਕੀਤੀ ਗਈ ਔਰ ਕੇਸ ਵੀ ਕੀਤਾ ਗਿਆ, ਪਰ ਕੇਸ ਦੇ ਵਿੱਚ ਕੁਝ ਸਿੱਟਾ ਨਹੀਂ ਨਿਕਲਿਆ। ਪਰ ਉਸ ਤੋਂ ਬਾਅਦ ਪੈਸੇ ਇਕੱਠੇ ਕਰਕੇ ਜਿਹੜਾ ਰਵਾਬ ਸੀ ਉਹਨੂੰ ਦਿੱਤੇ ਤੇ ਆਕਾਸ਼ਦੀਪ ਸਿੰਘ ਦੀ ਆਪਣੇ ਪਿੰਡ, ਆਪਣੇ ਵਤਨ, ਆਪਣੇ ਘਰ ਵਾਪਸੀ ਕਰਵਾ ਦਿੱਤੀ। ਸਾਡੇ ਨਾਲ ਆਕਾਸ਼ਦੀਪ ਸਿੰਘ ਹੈ, ਬਜ਼ੁਰਗ ਮਾਤਾ ਪਿਤਾ ਵੀ ਨੇ ਉਹਨਾਂ ਦੇ। ਮਾਤਾ ਪਿਤਾ ਦੇ ਪਹਿਲਾਂ ਤੁਸੀਂ 2-3 ਮਹੀਨੇ ਆਪਾਂ ਪਹਿਲਾਂ ਜਦੋਂ ਖਬਰ ਨਸ਼ਰ ਕੀਤੀ ਸੀ ਉਦੋਂ ਵਿਚਾਰ ਸੁਣੇ ਸੀਗੇ, ਤਾਂ ਅੱਜ ਪਰਿਵਾਰ ਦੇ ਵਿੱਚ ਮਾਹੌਲ ਕੀ ਹੈ? ਅੱਜ ਆਕਾਸ਼ਦੀਪ ਆਪਣੇ ਮਾਪਿਆਂ ਦੇ ਕੋਲ ਪਹੁੰਚਿਆ ਹੈ, ਕਿਹੜੀਆਂ ਮੁਸੀਬਤਾਂ ਉਸ ਦੇ ਵੱਲੋਂ ਦੁਬਈ ਦੇ ਵਿੱਚ ਝੱਲੀਆਂ ਗਈਆਂ, ਗੱਲਬਾਤ ਕਰਦੇ ਹਾਂ ਆਕਾਸ਼ ਦੇ ਨਾਲ। ਆਕਾਸ਼, ਪਹਿਲਾਂ ਤਾਂ ਮੈਂ ਜਾਣਨਾ ਚਾਹੂੰਗਾ ਘਰ ਪਹੁੰਚ ਕੇ ਮਹਿਸੂਸ ਕਿੱਦਾਂ ਦਾ ਕਰ ਰਹੇ ਹੋ? ਬਹੁਤ ਵਧੀਆ ਜੀ, ਬਹੁਤ ਵਧੀਆ ਮਹਿਸੂਸ ਹੁੰਦਾ, ਖੁਸ਼ੀ ਬਹੁਤ ਆ। ਕੀ ਪ੍ਰੋਬਲਮ ਕੀ ਆ ਗਈ ਸੀ ਉੱਥੇ, ਕੀ ਦਿੱਕਤ ਹੋ ਗਈ ਸੀ? ਕਦੋਂ ਦੁਬਈ ਗਏ ਸੀਗੇ ਤੁਸੀਂ? ਮੈਂ ਜੀ 2019 'ਚ ਗਏ, 12ਵੇਂ ਮਹੀਨੇ ਵੀ ਅਖੀਰ 'ਚ ਗਿਆ ਸੀਗਾ, 10-11 ਤਰੀਕ ਨੂੰ। ਹਾਂਜੀ। ਉੱਥੇ ਕੀ ਫਿਰ ਦਿੱਕਤ ਕੀ ਆਈ ਸੀ, ਕਿਵੇਂ ਫਸ ਗਏ ਸੀ ਤੁਸੀਂ ਉੱਥੇ? ਦਿੱਕਤ ਤਾਂ ਜੀ ਆਹੀ ਆਈ ਸੀਗੀ ਵੀ ਸੱਟ ਵੱਜ ਗਈ, ਸੱਟ ਵੱਜੀ ਕਰਕੇ ਫਸ ਗਿਆ। ਨਹੀਂ ਸਹੀ ਸੀਗਾ ਵੀ ਜਿਵੇਂ ਵੀ ਸੀਗਾ, ਚਲੋ ਮਾੜੇ ਮੋਟੇ ਜਿਹੜੇ ਆਈ ਜਾਂਦੇ ਠੀਕ ਆ, ਪਰ ਜਿਹੜੀ ਸੱਟ ਵੱਜ ਗਈ ਉਹ ਔਖਾ ਹੋ ਗਿਆ, ਬਹੁਤ ਔਖਾ ਹੋ ਗਿਆ। ਫਿਰ ਕੀ ਹਾਲਾਤ ਬਣੇ ਕਿ ਸੱਟ ਕਿਵੇਂ ਲੱਗੀ ਸੀ? ਸੱਟ ਜੀ ਪਲਾਸਟਰ ਕਰਦਾ ਸੀਗਾ ਕੰਧ ਤੇ ਉੱਤੋਂ ਫੱਟਾ ਟੁੱਟ ਕੇ ਡਿੱਗ ਗਿਆ ਤੇ ਆ ਸਿਰ ਵੱਜਿਆ ਥੱਲੇ ਪਿੱਛੋਂ ਤੇ ਸੱਟ ਵੱਜ ਗਈ। ਉਸ ਤੋਂ ਬਾਅਦ ਫਿਰ ਇਲਾਜ ਜਿਹੜੀ ਕੰਪਨੀ ਦੇ ਵਿੱਚ ਸੀਗੇ, ਕਿਹੜੀ ਕੰਪਨੀ ਸੀ ਉਹ, ਕੌਣ ਰਬਾਬ ਸੀਗਾ ਉਸ ਕੰਪਨੀ ਦਾ? ਕੰਪਨੀ ਜੀ ਠੀਕ, ਉਹ ਆਪਣੀ ਪ੍ਰਾਈਵੇਟ ਹੀ ਕੰਪਨੀ ਸੀਗੀ, ਜਿਵੇਂ ਠੇਕੇਦਾਰ ਹੁੰਦੇ ਆ, ਤੇ ਰਬਾਬ ਵੀ ਅਰਬੀ ਸੀਗਾ ਉੱਥੋਂ ਦਾ ਹੀ।
ਹਾਂਜੀ। ਫਿਰ ਸੱਟ ਲੱਗਣ ਤੋਂ ਬਾਅਦ ਇਲਾਜ ਕਿਵੇਂ ਚੱਲਿਆ, ਕਿਵੇਂ ਫਸ ਕਿਵੇਂ ਗਏ ਮੁਸੀਬਤ ਦੇ ਵਿੱਚ ਵੀ ਇਲਾਜ ਵੀ ਨਹੀਂ ਹੋ ਰਿਹਾ ਸੀਗਾ, ਸਿਚੁਏਸ਼ਨ ਕੀ ਸੀਗੀ ਉਦੋਂ ਉੱਥੇ? ਬਸ ਇਹ ਜਦੋਂ ਰਾਤ ਨੂੰ 6 ਵੱਜੀ ਆ ਮੇਰੇ, ਜੋ ਮੈਂ ਡਿੱਗਿਆ 11 ਕੁ ਵਜੇ 6 ਵੱਜੀ ਰਾਤ ਨੂੰ, 11-12 ਵਜੇ। ਉਹ ਰੋਜ਼ੇ ਚੱਲਦੇ ਹੁੰਦੇ ਇਹਨਾਂ ਦੇ, ਰਾਤ ਨੂੰ ਕੰਮ ਕਰਾਉਂਦੇ 6 ਘੰਟੇ। ਅਤੇ ਉਦੋਂ ਜਦੋਂ 6 ਵੱਜੀ ਆ, ਇਹਨਾਂ ਨੇ ਤਾਂ ਕੰਪਨੀ ਵਾਲਿਆਂ ਨੇ ਤਾਂ ਕਹਿ ਤਾ ਸੀ ਵੀ ਇਹਦੇ ਪੱਟੀ ਕਰਾ ਦਿਓ ਇਕੱਲੀ, ਵੀ ਇਹਦੇ ਟਾਂਕੇ ਲਵਾਉਣ ਨੂੰ ਵੀ ਰਹਿਣ ਦਿਓ। ਅਤੇ ਪਰ ਫਿਰ ਵੀ ਉਹ ਜਿਹੜਾ ਫੋਰਮੈਨ ਸੀਗਾ ਉਹ ਕਹਿੰਦਾ ਵੀ ਨਹੀਂ ਆਏ ਔਖਾ ਹੋ ਜਾਊਗਾ, ਵੀ ਜੇ ਕੱਲ੍ਹ ਨੂੰ ਕੁਛ ਹੋ ਗਿਆ ਇਹਨੂੰ। ਫਿਰ ਉਹ ਲੈ ਗਏ, ਇੱਕ ਵਾਰੀ ਟਾਂਕੇ ਲਵਾਏ ਮੇਰੇ, ਕੋਈ ਮੇਰਾ ਮੈਡੀਕਲ ਨਹੀਂ ਕਰਾਇਆ, ਅਤੇ ਆਈਂ ਬਸ ਕਰੀ ਗਏ ਆ, ਕੋਈ ਪੱਟੀ ਨਹੀਂ ਕਰਾਈ ਮੇਰੇ, ਅਤੇ ਪੱਟੀਆਂ ਵੀ ਮੈਂ ਆਪ ਹੀ ਕੀਤੀਆਂ। ਹਾਂਜੀ। ਫਿਰ ਰੋਟੀ ਪਾਣੀ ਕਿਵੇਂ ਚੱਲਦਾ ਸੀਗਾ, ਦਵਾਈ ਦਾਰੂ ਉਦੋਂ ਪੈਸੇ ਸੀਗੇ ਕੋਲ? ਪੈਸੇ ਜਿਹੜੇ ਸੀਗੇ ਉਹ ਲੱਗ ਗਏ ਸੀ, ਬਾਅਦ 'ਚ ਔਖਾ ਹੋ ਗਿਆ ਸੀ। ਬਾਅਦ 'ਚ ਤਾਂ ਜਿਵੇਂ ਹੁਣ 15 ਦਿਨ 4 ਦਿਨ ਕੰਮ ਕਰੀਏ, ਪਹਿਲਾਂ 1 ਦਿਨ ਜਾਂਦਾ ਹੁੰਦਾ ਸੀਗਾ, 2 ਦਿਨ ਜਾਂਦਾ ਸੀ, ਸਿਰ ਜੋ ਦਰਦ ਕਰਦਾ ਹੀ ਨਹੀਂ ਜਾਂਦਾ ਸੀ। ਜਿਵੇਂ ਵੀ 6 ਵੱਜੀ ਮੇਰੇ, 6 ਵੱਜਣ ਤੋਂ 4 ਦਿਨ ਬਾਅਦ ਮੈਨੂੰ ਕੰਮ 'ਤੇ ਲੈ ਗਏ, ਉਵੇਂ ਟਾਂਕੇ ਲੱਗਿਆ। ਕਹਿੰਦੇ ਤਾਂ ਕਰਨਾ ਹੀ ਪੈਣਾ, ਜਿਵੇਂ ਮਰਜ਼ੀ ਕਰ, ਤੇਰਾ ਦੁੱਖ ਦਾ ਕੁਛ ਵੀ ਹੈ, ਸਾਨੂੰ ਨਹੀਂ ਇਹਦੇ ਤਾਂ ਹੀ ਕੁਛ। ਅਤੇ ਆਈਂ ਮੈਂ ਕੰਮ ਕਰਦਾ ਰਿਹਾ। ਪਹਿਲਾਂ ਤਾਂ ਵੀ ਕਹਿਣ ਦਾ ਭਾਵ ਵੀ ਸਹੀ ਸੀ, ਕੁਛ ਕੁ ਟਾਈਮ ਸਹੀ ਰਿਹਾ, ਟੰਗ ਨਹੀਂ ਦਰਦ ਹੋਇਆ, ਪਰ ਬਾਅਦ 'ਚ ਜਦੋਂ ਹੋਣ ਲੱਗਿਆ ਬਹੁਤ ਔਖਾ ਕੀਤਾ। ਆਪਣੇ ਬਹੁਤ ਸਾਰੇ ਪੰਜਾਬੀ ਭਾਈਚਾਰੇ ਦੇ ਲੋਕ ਸੀਗੇ ਉਦੋਂ, ਉਹਨਾਂ ਨਾਲ ਗੱਲਬਾਤ ਕੀਤੀ? ਤੁਹਾਡੇ ਨਾਲ ਵੀ ਕੰਪਨੀ 'ਚ ਰਹਿੰਦੇ ਹੋਣਗੇ, ਉਹਨਾਂ ਨੂੰ ਦੱਸਿਆ ਵੀ ਮੈਨੂੰ ਆਹ ਦਿੱਕਤ ਹੈ, ਮੇਰੇ ਕੋਲ ਨਹੀਂ ਕੰਮ ਹੋ ਪਾ ਰਿਹਾ, ਜਾਂ ਮੇਰੀਆਂ ਕੋਈ ਜਿਹੜਾ ਮੈਡੀਕਲ ਇਲਾਜ ਵੀ ਨਹੀਂ ਹੋ ਰਿਹਾ? ਉਹਨਾਂ ਨੂੰ ਸਾਰਾ ਕੁਝ ਪਤਾ ਹੀ ਹੈ ਜੀ, ਨਾਲ ਰਹਿੰਦੇ ਆ 3 ਜਣੇ ਰਹਿੰਦੇ ਸੀ ਨਾਲ ਮੇਰੇ, ਪਤਾ ਹੀ ਆ। ਪਰ ਬੰਦੇ ਦੀਆਂ ਆਪਦੀਆਂ ਵੀ ਮਜਬੂਰੀਆਂ ਹੁੰਦੀਆਂ, ਚਲੋ ਨਹੀਂ ਧਿਆਨ ਦਿੱਤਾ, ਹੁਣ ਆਪਾਂ ਉਹਨੂੰ ਕੀ ਕਹਿ ਸਕਦੇ ਹੈ ਨਾ, ਪਰ ਪਤਾ ਸੀਗਾ ਉਹਨਾਂ ਨੂੰ, ਕੀਤਾ ਨਹੀਂ ਉਹਨਾਂ ਨੇ ਕੁਛ। ਤੁਹਾਡੀਆਂ ਨਾ ਕੁਝ ਰਿਕਾਰਡਿੰਗਸ ਵੀ ਇੱਥੇ ਪਹੁੰਚੀਆਂ ਸੀਗੀਆਂ, ਜਿਹਦੇ ਵਿੱਚ ਤੁਹਾਨੂੰ ਕੁਝ ਲੋਕ ਅਪਸ਼ਬਦ ਬੋਲਦੇ ਸੀਗੇ, ਗਾਲਾਂ ਕੱਢਦੇ ਸੀਗੇ, ਆਪਾਂ ਉਹ ਰਿਕਾਰਡਿੰਗਸ ਵੀ ਸੁਣੀਆਂ ਨੇ। ਉਹ ਕੌਣ ਸੀਗੇ ਲੋਕ, ਕਿਉਂ ਗਾਲਾਂ ਕੱਢਦੇ ਸੀ? ਉਹ ਬਸ ਆਹ ਹੀ ਜਿਹੜੇ ਮੇਰੇ ਨਾਲ ਦੇ ਸੀ, ਉਹਦੇ ਨਾਲ ਇੱਕ ਇਲੈਕਟ੍ਰੀਸ਼ੀਅਨ ਸੀਗਾ, ਕੰਮ ਕਰਦੇ ਆ ਇਹ। ਅਤੇ ਇਹਨੇ ਜਦੋਂ ਆਪਣੀ ਪਾਈ ਆ ਤੁਸੀਂ ਹੈ ਨਾ, ਮੈਨੂੰ ਕਹਿੰਦੇ ਆਹ ਕੀ ਡਰਾਮਾ ਕੀਤਾ, ਤੂੰ ਐਂ ਕੀਤਾ, ਕੰਮ ਕਰ ਲਾ ਚੁੱਪ ਕਰਕੇ। ਮੈਂ ਕਿਹਾ ਵੀ ਮੈਥੋਂ ਨਹੀਂ ਕੰਮ ਹੁੰਦਾ, ਵੀ ਮੈਂ ਪਵਾਤੀ। ਅਤੇ ਇਹਨਾਂ ਨੇ ਬਾਅਦ 'ਚ ਮੈਨੂੰ ਬਹੁਤ ਕੁਛ ਕਿਹਾ। ਮੈਂ ਕਿਹਾ ਚਲੋ ਕੋਈ ਨਹੀਂ, ਠੀਕ ਹੈ, ਜਿਹਦੇ ਦਿਲ ਲੱਗਦੀ ਹੈ ਨਾ ਸੱਟ, ਉਹਨੂੰ ਪਤਾ ਬਈ, ਕਿਸੇ ਨੂੰ ਕੋਈ ਪਤਾ ਨਹੀਂ, ਲੋਕ ਮਜ਼ਾਕ ਉਡਾਉਂਦੇ। ਫਿਰ ਉੱਥੇ ਕਿੰਨਾ ਲੰਮਾ ਸਮਾਂ ਤੁਸੀਂ ਉੱਥੇ ਰਹੇ? 3-4 ਮਹੀਨੇ। ਉਹ ਕਿਵੇਂ ਸਮਾਂ ਤੁਹਾਡਾ ਲੰਘਿਆ ਉੱਥੇ? ਕਿਵੇਂ ਕੀ ਕਰਦੇ ਸੀਗੇ ਜਦੋਂ ਕੰਮ ਕਾਰ ਨਹੀਂ ਸੀਗਾ? ਫਿਰ ਕਿਵੇਂ ਦਿਨ ਕੱਢਦੇ ਸੀ ਉੱਥੇ? ਕੰਮਕਾਰ ਜੀ ਹੁਣ 6 ਵੱਜੀ ਤੋਂ ਬਾਅਦ 3 ਮਹੀਨੇ ਤਾਂ ਵੀ ਜਿਵੇਂ 1 ਦਿਨ ਜਾਣਾ 4 ਦਿਨ ਜਾਣਾ ਨਹੀਂ, 1 ਦਿਨ ਜਾਣਾ 4 ਦਿਨ ਜਾਣਾ ਨਹੀਂ, ਐਂ ਮਾੜੇ ਮੋਟੇ ਪੈਸੇ ਹੁੰਦੇ ਸੀਗੇ ਕੋਲੇ, ਬਸ ਐਂ ਛਰੀ ਜਾਂਦਾ ਸੀ। ਕਿਤੇ ਕਿਤੇ ਭੁੱਖੇ ਵੀ ਸੌਣਾ ਪੈਂਦਾ ਸੀ, ਭੁੱਖਾ ਬਹੁਤ ਵੀ ਸਿਹਤ ਦੱਸ ਨਹੀਂ ਸਕਦਾ ਮੈਂ ਵੀ ਕੀ ਔਖਾ ਸੀਗਾ, ਕਿੰਨਾ ਕੁ ਮੈਂ। ਹਾਂਜੀ। ਅੱਛਾ, ਜਦੋਂ ਹਮਦਰਦ ਮੀਡੀਆ ਦੇ ਵੱਲੋਂ ਤੁਹਾਡੇ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਗਈ, ਮੈਂ ਜਾਣਨਾ ਚਾਹੂੰਗਾ ਉਸ ਚੀਜ਼ ਦਾ ਕੋਈ, ਉਸ ਖਬਰ ਦਾ ਕੋਈ ਅਸਰ ਹੋਇਆ ਤੁਹਾਡੀ ਜ਼ਿੰਦਗੀ ਦੇ ਵਿੱਚ? ਕੋਈ ਮਦਦ ਮਿਲੀ ਉਸ ਖਬਰ ਦੀ? ਬਹੁਤ ਅਸਰ ਹੋਇਆ ਜੀ। ਜੇ ਖਬਰ ਨਾ ਹੁੰਦੀ ਤਾਂ ਮੈਂ ਨਹੀਂ ਹੋਣਾ ਸੀ ਇੱਥੇ, ਸੱਚੀ ਮਰ ਜਾਣਾ ਸੀ, ਉਹਨੂੰ ਖਤਮ ਹੋ ਜਾਣਾ ਸੀ। ਇੱਦਾਂ ਦੇ ਹਾਲਾਤ ਬੱਤਰ ਸੀਗੇ ਉੱਥੇ? ਹਾਂਜੀ, ਬਹੁਤ ਔਖਾ ਸੀ। ਮੈਂ ਹੀ ਦੱਸ ਸਕਦਾ ਵੀ ਕਿੰਨਾ ਔਖਾ ਸੀ, ਔਖਾ ਸੀ। ਪਰਿਵਾਰ ਦਾ ਗੱਲਾਂ ਸੁਣੀਆਂ ਸੀ ਉਦੋਂ, ਮਾਤਾ ਪਿਤਾ ਦੀਆਂ, ਬਹੁਤ ਰੋਂਦੇ ਸੀਗੇ, ਤੁਹਾਨੂੰ ਯਾਦ ਕਰਦੇ ਸੀ, ਤਾਂ ਉਹ ਵੀਡੀਓ ਤੁਹਾਡੇ ਕੋਲ ਵੀ ਪਹੁੰਚਿਆ ਹੋਊਗਾ। ਉਦੋਂ ਕੀ ਮਨ 'ਚ ਆਇਆ? ਕੋਈ ਉਮੀਦ ਜਾਗੀ ਸੀ ਵੀ ਕੋਈ ਮੀਡੀਆ ਅੱਜ ਨਾਲ ਖੜ ਕੇ ਆ ਕੇ ਔਰ ਆਵਾਜ਼ ਸਾਡੀ ਚੁੱਕ ਰਿਹਾ? ਤੁਹਾਡੀ ਖਬਰ ਦਾ ਹੀ ਅਸਰ ਹੈ ਜੀ, ਵੀ ਤੁਸੀਂ ਜਦੋਂ ਖਬਰ ਪਾਈ ਉਦੋਂ ਮੰਨ ਲਓ ਵੀ 1-2 ਦਿਨ ਟੱਪ ਕੇ ਨਿੱਤ ਮੈਨੂੰ ਫੋਨ ਆਉਂਦਾ ਸੀ ਕਿਸੇ ਨਾ ਕਿਸੇ ਦਾ, ਵੀ ਅਸੀਂ ਐਂ ਕਰਦੇ ਬਹੁਤ ਵੀ ਮਦਦ ਮਿਲੀ ਹੈ। ਅੰਕਲ ਦਾ ਫੋਨ ਆਇਆ ਸੀ ਇੱਕ ਦੁਬਈ ਤੋਂ, ਇੱਕ ਨਿੱਕਾ ਬਾਈ ਹੈ, ਅਤੇ ਆਪਣੇ ਇੱਥੇ ਲੁਧਿਆਣੇ ਏਰੀਏ 'ਚੋਂ ਕੌਂਕਿਆਂ ਦੇ ਮੁੰਡੇ ਸੀਗੇ, ਇੱਕ ਚੂੜ ਚੱਕ ਦਾ ਮੁੰਡਾ ਸੀਗਾ ਬਾਈ ਮਿੱਠਾ, ਅਤੇ ਰੁੰਮੀ ਤੋਂ, ਪਿੰਡ ਰੁੰਮੀ ਇੱਧਰ ਹੀ, ਉਹਨਾਂ ਨੇ ਮੈਨੂੰ ਬੁਲਾਇਆ ਸੀ ਕੋਲ, ਉਹਨਾਂ ਨੇ ਮੈਨੂੰ ਫੋਨ ਲਾਇਆ ਸੀ। ਉਹ ਇੱਥੋਂ ਹੀ ਗਏ ਸੀ, ਛੁੱਟੀ ਕੱਟ ਕੇ ਗਏ ਸੀ 3-4 ਜਣੇ। ਇੱਕ ਅਮਰਤ ਸੀਗਾ ਇੱਕ ਬਾਈ ਦਾ ਨਾਂ, ਇੱਕ ਬਾਈ ਦਾ ਨਾਂ ਹੈਪੀ ਸੀ ਪਹੁੰਚਿਆ ਦਾ, ਅਤੇ ਇੱਕ ਦਾ ਨਾਂ ਮਿੱਠਾ ਸੀਗਾ, ਗੁਰਜਿੰਦਰ ਸਿੰਘ, ਅਤੇ ਇੱਕ ਪਵਣਾ ਸੀ। ਅਤੇ ਉਹਨਾਂ ਨੇ ਮੈਨੂੰ ਫੋਨ ਲਾਇਆ ਸੀਗਾ ਵੀ ਕਿਵੇਂ, ਕੀ ਚੱਕਰ ਆ ਤੇਰਾ, ਵੀ ਅਸੀਂ ਵੀ ਸਹਾਇਤਾ ਕਰਦੇ ਹਾਂ ਤੇਰੀ। ਅਤੇ ਮੈਂ ਕਿਹਾ ਸੀ ਬਾਈ ਵੀ ਕੇਰਾ ਸਹਾਇਤਾ ਬਾਅਦ 'ਚ ਕਰਿਓ, ਵੀ ਕੇਰਾ ਮੈਨੂੰ ਇੱਥੋਂ ਲੈ ਜਾਓ, ਵੀ ਮੈਂ ਬਹੁਤ ਔਖਾ ਇੱਥੇ। ਉਹ ਕਹਿੰਦੇ ਕੋਈ ਨਹੀਂ, ਵੀ ਜੇ ਤੂੰ 2-3 ਦਿਨ ਠਹਿਰਦਾ ਤਾਂ ਅਸੀਂ ਆ ਜਾਵਾਂਗੇ, ਅਤੇ ਨਹੀਂ ਤੂੰ ਟੈਕਸੀ ਫੜ ਲਾ ਅਤੇ ਇੱਧਰ ਆ ਜਾ, ਪੈਸੇ ਅਸੀਂ ਦੇ ਦਾਂਗੇ ਆਪੇ। ਬਸ ਮੈਂ ਉੱਦੇ ਫਿਰ ਟੈਕਸੀ ਫੜੀ, ਟੈਕਸੀ ਫੜ ਕੇ ਉਹਨਾਂ ਕੋਲ ਗਿਆ, ਉਹਨਾਂ ਨੇ ਪੈਸੇ ਪੂਸੇ ਦੇ ਕੇ ਅਤੇ ਉੱਥੇ ਰੱਖ ਲਿਆ ਬਾਈ ਮੈਨੂੰ।
ਬਾਅਦ 'ਚ ਸਾਰਾ ਟਾਈਮ ਮੈਂ ਹੁਣ ਤੱਕ ਉਹਨਾਂ ਕੋਲ ਹੀ ਆਇਆ, ਹੁਣ ਉਹਨਾਂ ਨੇ ਮੈਨੂੰ ਚੜਾਇਆ ਇੱਥੇ। ਹਾਂਜੀ। ਤਾਂ ਮੈਂ ਉਹਨਾਂ ਵੀਰਾਂ ਨੂੰ ਵੀ ਸਲਾਮ ਹੈ ਸਾਡਾ, ਜਿਨ੍ਹਾਂ ਵੀਰਾਂ ਦੇ ਨਾਂ ਲਏ ਨੇ ਉਹ ਰੱਬ ਰੂਪ ਲੋਕ, ਮਿਹਨਤੀ ਲੋਕ ਨੇ, ਜਿਨ੍ਹਾਂ ਨੇ ਆਪਣੀਆਂ ਕਿਰਤ ਕਮਾਈਆਂ ਦੇ ਵਿੱਚੋਂ ਹਿੱਸਾ ਕੱਢ ਕੇ ਆਕਾਸ਼ਦੀਪ ਨੂੰ ਇੱਕ ਨਵੀਂ ਜ਼ਿੰਦਗੀ ਦੇਣ ਦੇ ਵਿੱਚ, ਇੱਕ ਨਵੀਂ ਦੁਬਾਰਾ ਇਹਦੀ ਜਿਹੜਾ ਟਰੈਕ ਹੈ ਉਸ ਟਰੈਕ ਦੇ ਉੱਤੇ ਚੜਾਉਣ ਦੇ ਲਈ ਮਦਦ ਕੀਤੀ, ਇਹਨੂੰ ਉਸ ਮੁਸੀਬਤ ਦੀ ਘੜੀ ਦੇ ਵਿੱਚ ਆਕਾਸ਼ਦੀਪ ਦਾ ਸਾਥ ਦਿੱਤਾ, ਇਹਨਾਂ ਬਜ਼ੁਰਗ ਮਾਪਿਆਂ ਦਾ ਦਰਦ ਜਿਹੜਾ ਉਸ ਨੂੰ ਮਹਿਸੂਸ ਕੀਤਾ ਔਰ ਮਦਦ ਦੇ ਲਈ ਅੱਗੇ ਹੱਥ ਵਟਾਏ। ਸਲਾਮ ਹੈ ਅਜਿਹੇ ਨੌਜਵਾਨਾਂ ਨੂੰ ਔਰ ਅਜਿਹੇ ਭਾਈਚਾਰੇ ਨੂੰ ਸਲਾਮ ਹੈ। ਬੇਸ਼ੱਕ ਕਹਿੰਦੇ ਮੁਸਲਮਾਨ ਲੋਕ ਵੀ ਤੁਹਾਡੀ ਮਦਦ ਦੇ ਲਈ ਮਲੇਰਕੋਟਲਾ ਸਾਈਡ ਤੋਂ ਜਾਂ ਇੱਧਰ ਉੱਧਰੋਂ ਮਦਦ ਲਈ ਤੁਹਾਨੂੰ ਕਰਦੇ ਸੀ ਸੰਪਰਕ? ਹਾਂਜੀ ਕਰਦੇ ਸੀਗੇ, ਉਹਨਾਂ ਨੇ ਵੀ ਕੀਤੀ ਹੈ ਮਦਦ ਥੋੜ੍ਹੀ ਜਿਹੀ। ਉਹਨਾਂ ਨੇ ਬਸ ਮੈਨੂੰ ਐਂ ਕਿਹਾ ਸੀਗਾ ਵੀ ਨਾਂ ਨਹੀਂ ਲੈਣਾ ਸਾਡਾ, ਅਤੇ ਪੈਸੇ ਅਸੀਂ ਦਿੰਦੇ ਹਾਂ, ਬਸ ਸਾਡਾ ਨਾਂ ਨਾ ਲਿਓ। ਅੱਛਾ। ਅਤੇ ਉਹਨਾਂ ਨੇ ਵੀ ਕੀਤੀ ਮਦਦ, ਅਤੇ ਹਾਂਜੀ ਉਹਨਾਂ ਨੇ ਕੀਤੀ ਹੈ। ਉਮੀਦ ਸੀਗੀ ਮੇਰੀ ਇੱਦਾਂ ਘਰ ਵਾਪਸੀ ਹੋ ਜੂਗੀ? ਜਿਸ ਤਰੀਕੇ ਦੇ ਨਾਲ ਤੁਸੀਂ ਫਸ ਗਏ ਸੀਗੇ, ਸੱਟ ਲੱਗੀ ਸੀਗੀ, ਉਹ ਸੱਟ ਜ਼ਿਆਦਾ ਵੱਧ ਵੀ ਸਕਦੀ ਸੀ, ਇਨਫੈਕਸ਼ਨ ਵੀ ਹੋ ਸਕਦੀ ਸੀ, ਕੋਈ ਵੀ ਨੁਕਸਾਨ ਹੋ ਸਕਦਾ ਸੀਗਾ, ਉਮੀਦ ਸੀਗੀ? ਉਮੀਦ ਤਾਂ ਐਂ ਸੀਗਾ ਵੀ ਬਸ ਖਤਮ ਹੋ ਗਏ। ਸੱਟ ਵੱਜੀ ਮੇਰੇ, ਸੱਟ ਵੱਜੀ, ਟਾਂਕੇ ਲਾਤੇ, ਸਟੈਪਲਰ ਵਾਲੇ ਟਾਂਕੇ ਲਾਏ ਸੀਗੇ ਸਟੈਪ ਨਾਲ, ਅਤੇ ਉਹ ਟਾਂਕੇ ਲਾਤੇ ਜਿਵੇਂ ਕਿ 7 ਦਿਨਾਂ ਬਾਅਦ ਪੱਟੀ ਬਦਲਣੀ ਹੁੰਦੀ, ਅਤੇ ਮੇਰੀ ਪੱਟੀ ਘੱਟੋ ਘੱਟ 18-19 ਦਿਨਾਂ ਬਾਅਦ ਬਦਲਦੀ ਸੀ। ਅਤੇ ਮੈਂ ਮਿਹਨਤਾਂ ਕੱਢੀ ਜਾਣੀਆਂ, ਬਾਈ ਲੈ ਜਾਓ ਲੈ ਜਾਓ, ਕੋਈ ਨਹੀਂ ਲੈ ਕੇ ਆਉਂਦਾ। ਬਿਜੀ ਆ, ਆਏ ਆ, ਅੱਜ ਕੰਮ ਆ, ਕੱਲ੍ਹ ਨੂੰ ਜਾ ਵੜੀ, ਆਏ ਜੋ ਆਪ ਜਾਣ ਦੀ ਹਾਲਤ 'ਚ ਹੀ ਹੈ ਨਹੀਂ ਸੀਗਾ। ਅਤੇ ਐਂ ਕਰਕੇ ਟਾਂਕੇ ਆ ਜਿਹੜੇ ਬਹੁਤ ਵੀ ਉਹ ਹੋ ਗਿਆ ਸੀਗਾ ਵੀ ਰੇਸ਼ਾ ਨਹੀਂ ਪਿਆ ਇੱਕ, ਬਾਕੀ ਬਹੁਤ ਔਖਾ ਸੀ। ਸਿਰ ਵੀ ਪਾਣੀ ਨਾਲ ਧੋਤਾ ਨਹੀਂ ਸੀ, ਸਿਰ 2-3 ਮਹੀਨੇ ਵੀ ਐਂ ਹੀ ਰੱਖੇ ਟਾਂਕੇ, 3 ਮਹੀਨੇ ਤਾਂ ਟਾਂਕੇ ਮੇਰੇ ਕਿਸੇ ਨੇ ਖਿਲਾਏ ਨਹੀਂ। ਫਿਰ ਉੱਥੋਂ ਸੱਦਿਆ, ਉੱਥੋਂ ਸਾਡੇ ਇੱਥੋਂ ਹੈਗੇ ਆ ਉੱਥੋਂ ਜਾਣ ਪਛਾਣ ਜੀ ਦੇ, ਉਹਨਾਂ ਨੂੰ ਸੱਦਿਆ। ਉੱਦੇ ਗਏ, ਉੱਦੇ ਵੀ ਪਤਾ ਨਹੀਂ ਛੁੱਟੀ ਸੀਗੀ। ਅਤੇ ਫਿਰ ਫੋਰਮੈਨ ਨੂੰ ਕਿਹਾ ਮੈਂ ਰੋ ਕੇ, ਮੈਂ ਕਿਹਾ ਬਾਈ ਵੀ ਹੁਣ ਤਾਂ ਬਹੁਤ ਟਾਈਮ ਹੋ ਗਿਆ, ਅਤੇ ਹੁਣ ਮਾੜੀ ਜਿਹੀ ਕਿਰਪਾ ਕਰ ਦਿਓ ਵੀ ਖੜਾ ਦਿਓ, ਵੀ ਜੇ ਕੱਲ੍ਹ ਨੂੰ ਕੋਈ ਐਵੇਂ ਰੇਸ਼ਾ ਰੂਸ਼ਾ ਪੈ ਗਿਆ, ਨਹੀਂ ਮੈਂ ਘਰੇ ਕੱਢ ਲੈਣਾ ਵੀ ਜੇ ਤੁਸੀਂ ਨਹੀਂ ਕਢਾਉਣੇ। ਫਿਰ ਉਹ ਜਦੋਂ ਮੈਨੂੰ ਐਂ ਕਿਹਾ, ਫਿਰ ਉਹ ਤੁਰਿਆ, ਨਹੀਂ ਉਹ ਤੁਰਦਾ ਨਹੀਂ ਸੀ। ਪੱਟੀ ਵੀ ਆਪ ਕਰਦੇ ਸੀਗੇ ਤੁਸੀਂ ਦੱਸ? ਪੱਟੀ ਆਪ ਬੀਟਾਡੀਨ ਲਿਆ ਕੇ ਰੱਖੀ ਸੀਗੀ ਜੀ ਇੱਕ, ਅਤੇ ਪੱਟੀ ਕਰਾਉਣ ਜਾਂਦਾ ਹੀ ਨਹੀਂ ਸੀ ਬਾਈ, ਫਿਰ ਆਪ ਨੂੰ ਕਰਨੀ ਪੈਂਦੀ। ਬੀਟਾਡੀਨ ਲਿਆ ਕੇ ਰੱਖੀ ਸੀ, ਇੱਕ ਪੱਟੀ ਲਿਆ ਕੇ ਰੱਖੀ ਸੀ, ਅਤੇ ਉਹ ਸਪੰਜ ਜੀ ਲਿਆ ਕੇ ਰੱਖੀ ਸੀ, ਬਸ ਉਹਦੇ ਨਾਲ ਬੀਟਾਡੀਨ ਨਾਲ ਸਾਫ਼ ਕਰਕੇ ਉੱਤੇ ਪੱਟੀ ਕਰ ਲੈਂਦਾ ਹੁੰਦਾ ਸੀ ਬੀਟਾਡੀਨ ਲਾ ਕੇ। ਅਤੇ ਜਦੋਂ ਤੁਹਾਡਾ ਇਹ ਸਿਲਸਿਲਾ ਸਾਰਾ ਕੁਝ ਹੋ ਗਿਆ, ਸੱਟ ਲੱਗ ਗਈ ਹੈ ਨਾ, ਇੱਕ ਫਸ ਗਏ ਤੁਸੀਂ ਉੱਥੇ, ਫਿਰ ਉੱਥੇ ਕੋਈ ਕੇਸ ਵੀ ਤੁਸੀਂ ਕੀਤਾ? ਪੁਲਿਸ ਦੀ ਮਦਦ ਲੈਣ ਦੀ ਕੋਸ਼ਿਸ਼ ਕੀਤੀ? ਕਾਨੂੰਨ ਦੀ ਮਦਦ ਲੈਣ ਦੀ ਵੀ ਕੋਸ਼ਿਸ਼ ਕੀਤੀ? ਜਦੋਂ ਮੈਂ ਬਾਈ ਹੁਣਾਂ ਕੋਲ ਗਿਆ ਸੀਗਾ ਨਾ ਮੈਂ ਉੱਥੇ, ਅਤੇ ਉਦੋਂ ਪਹਿਲਾਂ ਕਹਿੰਦੇ ਸੀ ਵੀ ਚੱਲ ਕਰਦੇ ਆ ਪੈਸੇ ਪੂਸੇ, ਵੀ ਪੈਸੇ ਤਾਂ ਆਪਾਂ ਦੇਣੇ ਹੀ ਆ ਅਖੀਰੀ, ਚਲੋ ਵੀ ਨਹੀਂ ਮੰਨਦਾ ਤਾਂ ਪਰ ਇੱਥੇ ਕੇਸ ਕਰ ਦਈਏ। ਕੇਸ ਫਿਰ ਰੌਲਾ ਉਹੀ ਪੈ ਗਿਆ ਨਾ ਜੀ ਵੀ ਮੈਡੀਕਲ ਨਹੀਂ ਇਹਨਾਂ ਨੇ ਕਰਾਇਆ ਮੇਰਾ, ਜਿੱਦ ਸੱਟ ਵੱਜੀ। ਜੇ ਮੈਡੀਕਲ ਮੇਰਾ ਹੁੰਦਾ ਤਾਂ ਮੈਂ ਕੇਸ 'ਚ ਸ਼ਾਇਦ ਨਾ ਬੰਦ ਹੁੰਦਾ ਕੇਸ ਮੇਰਾ। ਮੈਡੀਕਲ 'ਚ ਇਹਨਾਂ ਨੇ ਕੁਛ ਹੋਰ ਲਿਖਾਇਆ ਸੀਗਾ ਵੀ ਸੱਟ ਇਹਦੇ ਵੱਜੀ ਆ, ਇਹ ਪੌੜੀਆਂ ਤੋਂ ਡਿੱਗ ਪਿਆ ਜਾਂ ਇਹ ਘਰੇ ਡਿੱਗਿਆ ਵਾ, ਐਂ ਲਿਖਾਇਆ ਸੀਗਾ। ਮੈਨੂੰ ਉਹਨਾਂ ਨੇ ਮੈਡੀਕਲ ਮੰਗਿਆ ਸੀ ਕੋਰਟ ਨੇ, ਮੈਂ ਜਿਹੜਾ ਮੈਡੀਕਲ ਸੀ ਕਢਾਤਾ, ਮੈਨੂੰ ਹੁਣ ਪਤਾ ਹੀ ਨਹੀਂ ਸੀ ਕੀ ਲਿਖਿਆ ਉਹ 'ਚ, ਅਤੇ ਫਿਰ ਬਸ ਉਹਨਾਂ ਨੇ ਬੰਦ ਕਰਤਾ। ਕੇਸ ਤੁਸੀਂ ਹਾਰ ਗਏ। ਉਹ ਕਿੰਨੇ ਪੈਸਿਆਂ ਦੀ ਮੰਗ ਕਰਦਾ ਸੀ ਪਹਿਲਾਂ? ਕੇਸ ਤੋਂ ਪਹਿਲਾਂ ਕਿੰਨੇ ਪੈਸੇ ਦੀ ਮੰਗ ਕਰਦਾ ਸੀ ਤੁਹਾਡੇ ਤੋਂ? ਪਹਿਲਾਂ ਤਾਂ ਜੀ 2500 ਮੰਗਦਾ ਸੀ ਗ੍ਰਾਮ। ਹਾਂਜੀ, ਫਿਰ 3200 ਤੇ ਆਇਆ, ਫਿਰ 3500 ਤੇ ਆਇਆ, ਫਿਰ 6000 ਤੇ ਆ ਗਿਆ, ਫਿਰ ਅੜ ਗਿਆ ਬਸ। ਅਖੀਰ ਫਿਰ ਤੁਹਾਨੂੰ ਜਿਹੜਾ ਆਪਣੇ ਪੰਜਾਬੀ ਭਾਈਚਾਰਾ ਕਹਿ ਲਈਏ ਜਾਂ ਜਿਹੜੇ ਵੀ ਲੋਕ ਮਦਦ ਲਈ ਅੱਗੇ ਆਏ, ਉਹਨਾਂ ਨੇ ਫਿਰ 6000 ਰੁਪਇਆ ਇਕੱਠਾ ਕਰਕੇ ਤੁਹਾਡੀ ਮਦਦ ਕੀਤੀ ਤੁਹਾਨੂੰ ਉੱਥੋਂ ਛੁਡਵਾਉਣ ਦੇ ਵਿੱਚ? ਹਾਂਜੀ ਉਹਨਾਂ ਨੇ ਮਦਦ ਕੀਤੀ ਹੈ ਜੀ। ਬਾਹਰ ਜਾਣ ਦਾ ਹੁਣ ਸੁਪਨਾ ਦੇਖਦੇ ਹੋ? ਬਾਹਰ ਜਾਣਾ, ਜਿੱਦਾਂ ਦੇ ਹਾਲਾਤ ਦੇਖ ਕੇ ਆਏ ਉੱਥੇ? ਹਾਲਾਤ ਜਾਣਾ ਤਾਂ ਪੈਂਦਾ ਹੀ ਹੈ ਜੀ, ਇੱਥੇ ਕੀ ਹੈ ਜੇ ਆਪਾਂ ਕਹਿ ਦਈਏ ਵੀ ਹੁਣ ਇੱਥੇ ਤਾਂ ਹੁਣ ਆਪਾਂ ਨਾਲ ਬਣਦਾ ਵੀ ਨਹੀਂ ਕੁਛ, ਵੀ ਜਾਊਂਗਾ ਵੇਖਦਾ, ਹਾਲੇ ਔਖਾ ਜਿਹੜੇ ਹਿਸਾਬ ਨਾਲ ਵੀ ਇਹੋ ਜਿਹੇ ਬੰਦਿਆਂ 'ਚ ਫਸੋ ਨਾ। ਜਿਹੜਾ ਮੈਨੂੰ ਲੈ ਕੇ ਗਿਆ ਸੀ ਇੱਥੋਂ, ਉਹ ਆਵੇ ਇੱਥੇ ਨਾਲ ਦੁਕਾਨ, ਇੱਥੇ ਕੰਮ ਕਰਦਾ ਸੀ ਮੇਰੇ ਨਾਲ ਬਿਲਡ ਦਾ, ਪੈਸੇ ਲੈ ਗਿਆ ਮੈਥੋਂ। ਕਿੰਨੇ ਪੈਸੇ ਲੈ ਗਿਆ ਸੀ? ਕਿੱਦਾਂ ਲੈ ਕੇ ਗਿਆ ਸੀ? ਕੀ ਕਿਹਾ ਸੀ ਤੁਹਾਨੂੰ ਉਹਨੇ ਜਦੋਂ ਇੱਥੋਂ ਪਹਿਲੀ ਵਾਰ ਲੈ ਗਏ? ਮੈਂ ਜੀ ਟਰੱਕ ਚਲਾਉਂਦਾ ਹੁੰਦਾ ਸੀ ਪਹਿਲਾਂ, ਤੁਹਾਨੂੰ ਦੱਸਿਆ ਸੀਗਾ ਟਰੱਕ ਚਲਾਉਣਾ। ਮੈਂ ਤਾਂ ਗੱਡੀ ਤੋਂ ਆਇਆ ਸੀ ਅਤੇ ਮੈਨੂੰ ਉਹੀ ਫੋਨ ਲਾਤਾ, ਮੈਂ ਬਾਜ਼ਾਰ 'ਚ ਸੀਗਾ ਉੱਥੇ, ਮੈਨੂੰ ਕਹਿੰਦਾ ਆਉਣਾ ਇੱਧਰ ਨੂੰ। ਮੈਂ ਕਿਹਾ ਵੀ ਕਿਵੇਂ, ਕੀ ਕੰਮ? ਕੋਈ ਕੰਮ ਨਹੀਂ ਮੈਨੂੰ ਦੱਸਿਆ, ਕਹਿੰਦਾ ਆ ਜਾ, ਆਉਣਾ ਤਾਂ ਦੱਸ ਵੀ ਇੰਨੇ 30 35 40 ਹਜ਼ਾਰ ਰੁਪਈਆ ਬਣ ਜਾਂਦਾ। ਅਤੇ ਮੈਂ ਕਿਹਾ ਚੱਲ ਪੈਸੇ ਬਣਦੇ ਆਪਾਂ ਨੂੰ ਪੈਸੇ ਚਾਹੀਦੇ ਆ ਵੀ ਚਲੋ ਕੰਮ ਮਾੜਾ ਜਿਹੇ ਹਾਲਾਤ ਸੁਧਰ ਜਾਣਗੇ ਹੈ ਨਾ। ਅਤੇ ਉਹਨੇ ਮੈਨੂੰ ਫੋਨ ਲਾਇਆ, ਕਹਿੰਦਾ ਇੰਨੇ ਪੈਸੇ ਕਰ ਲਏਗਾ? ਮੈਂ ਕਿਹਾ ਮੈਂ ਕਰ ਲੂੰਗਾ, ਕੋਈ ਨਹੀਂ, ਮੈਨੂੰ ਟਾਈਮ ਦੇ ਥੋੜ੍ਹਾ ਜਿਹਾ, ਮੈਂ ਕਰ ਲੂੰਗਾ। ਜਿਹੜੇ ਮਾੜੇ ਮੋਟੇ ਬਾਈ ਜੁੜੇ ਸੀ ਉਹ ਦੇ ਤੇ, ਮੋਟਰਸਾਈਕਲ ਗਹਿਣੇ ਧਰਤਾ ਅਤੇ ਮੈਂ ਜਾ ਵੜਿਆ।
ਕਿੰਨੇ ਪੈਸੇ ਦਿੱਤੇ ਸੀ ਉਦੋਂ? ਉਹਨੂੰ ਬਾਈ 10,000 ਪਹਿਲਾਂ ਦਿੱਤਾ ਸੀ ਤੇ 80,000 ਦਿੱਤਾ ਵੀ ਤਕਰੀਬਨ ਲੱਖ ਰੁਪਈਆ ਦਿੱਤਾ ਸੀ ਉਹਨੂੰ। ਅੱਛਾ, ਬਾਅਦ ਜਦੋਂ ਉੱਥੇ ਜਾ ਕੇ ਇਹ ਹਾਲਾਤ ਬਣੇ ਉਹਦੇ ਨਾਲ ਸੰਪਰਕ ਕੀਤਾ ਉਸ ਦੋਸਤ ਨਾਲ ਜਿਹੜੇ ਦੋਸਤਾਂ ਨੂੰ ਇੱਥੋਂ ਲੈ ਗਿਆ ਸੀਗਾ ਵੀ ਮੈਂ ਫਸ ਗਿਆ ਮੈਨੂੰ ਛੁਡਵਾ? ਉਹ ਬਾਈ ਉਹ ਕਹਿ ਦਿੰਦਾ ਸੀਗਾ ਵੀ ਮੈਂ ਅੱਜ ਪਹਿਲਾਂ ਇੱਥੋਂ ਛੁੱਟੀ ਗਿਆ, ਉਹ ਕੁਆਰੰਟਾਈਨ 'ਚ ਗਿਆ, ਪਤਾ ਨਹੀਂ ਗਿਆ ਵੀ ਆ ਕਿ ਨਹੀਂ ਗਿਆ, ਮੈਂ ਇੱਥੇ ਆ ਮੈਂ ਉੱਥੇ ਆ, ਮੈਂ ਨਹੀਂ ਕੁਝ ਕਰ ਸਕਦਾ, ਤੇਰੀ ਕੰਪਨੀ ਦਾ ਮਾਮਲਾ। ਤੇ ਮੈਂ ਕਿਹਾ ਜਿੱਦਾਂ ਤੂੰ ਮੈਨੂੰ ਲੈ ਕੇ ਆਇਆ ਸੀ ਉੱਦੇ ਕੰਪਨੀ ਨਹੀਂ ਸੀ, ਉਹਦੇ ਤੈਨੂੰ ਜਾਣਦੇ ਨਹੀਂ ਸੀ, ਇਹ ਅੱਜ ਤੇਰੀ ਚੱਲਦੀ ਨਹੀਂ ਇੱਥੇ, ਤੇ ਉਹਦੇ ਤੂੰ ਕਹਿੰਦਾ ਸੀਗਾ ਵੀ ਆਏ ਆ ਤੇ ਆਏ ਆ। ਫਿਰ ਮੈਨੂੰ ਕਹਿੰਦਾ ਕਰ ਲਾ ਤੂੰ ਜਿਹੜਾ ਕੋਈ ਕਰਨਾ, ਮੈਂ ਨਹੀਂ ਕਰ ਸਕਦਾ ਜਮਾਂ ਹੀ, ਵੀ ਬਸ ਸਾਫ ਹੀ ਕਰ ਗਿਆ। ਤੇ ਮੈਂ ਕਿਹਾ ਫਿਰ ਮੇਰੇ ਪੈਸੇ ਦੇ, ਮੈਨੂੰ ਫਸਾ ਦਿੱਤਾ, ਮੇਰੇ ਪੈਸੇ ਦੇ। ਤੇ ਵਾਹਵਾ ਕੁਛ ਹੋਇਆ, ਗਾਲਾਂ ਗੂਲਾਂ ਕੱਢੀਆਂ ਫੋਨ ਤੇ ਉਹਨੇ। ਬਾ ਫਿਰ ਠੀਕ ਆ, ਕੋਈ ਉਹਦੇ ਵੱਲੋਂ ਤਾਂ ਮੁਸੀਬਤ ਦੀ ਘੜੀ ਦੇ ਵਿੱਚ ਦੋਸਤ ਵੀ ਸਾਥ ਛੱਡ ਗਿਆ ਫਿਰ ਉਦੋਂ? ਛੱਡ ਜਾਂਦੇ ਆ ਜੀ, ਛੱਡ ਜਾਂਦੇ ਆ। ਇਹ ਲਾਲਚੀ ਆ, ਇਹ ਜਿਵੇਂ ਹੁਣ ਆਪਾਂ ਕਹਿ ਦਈਏ ਪੈਸੇ ਦਾ ਲਾਲਚ ਕੀਤਾ ਇਹਨੇ, ਜਿਹੜਾ ਸੱਦ ਲਿਆ ਆਪਦੇ ਪੈਸੇ ਬਣ ਗਏ। ਤੇ ਮੈਂ ਤੁਹਾਨੂੰ ਇਹ ਵੀ ਗੱਲ ਦੱਸਦਾ ਵੀ ਜਿਹੜਾ ਮੇਰਾ ਵੀਜ਼ਾ ਲੱਗਾ ਉਹ ਫ੍ਰੀ ਸੀ, ਇਹਨੇ ਪੈਸੇ ਲੈ ਲਏ, ਦੋਸਤ ਹੋ ਕੇ ਮੈਥੋਂ ਪੈਸੇ ਲੈ ਗਿਆ ਤੇ ਗਾਂ ਵਾਲਾ ਵੀਜ਼ਾ ਫ੍ਰੀ ਸੀ। ਇਹ ਤਰਾਸਦੀ ਹੈ ਸਾਡੇ ਮੁਲਕ ਦੀ, ਦੋਸਤੀਆਂ ਦੀ ਮਿਸਾਲਾਂ ਦਿੰਦੇ ਹਾਂ ਅਸੀਂ, ਪਰ ਕਈ ਵਾਰ ਅਜਿਹੇ ਲੋਕ ਵੀ ਸਾਨੂੰ ਟੱਕਰ ਜਾਂਦੇ ਨੇ ਜੋ ਦੋਸਤੀ ਦੇ ਨਾਂ ਦੇ ਉੱਤੇ ਧੱਬਾ ਬਣ ਜਾਂਦੇ ਨੇ। ਹਾਲਾਂਕਿ ਇਸ ਬਾਈ ਦੇ ਇਲਜ਼ਾਮ ਨੇ ਆਪਣੇ ਦੋਸਤ ਦੇ ਉੱਤੇ ਜੋ ਇਸ ਵੀਰ ਦੇ ਨਾਲ ਬੀਤੀ ਹੈ ਦੁਬਈ ਦੇ ਵਿੱਚ। ਤਾਂ ਹਾਲਾਤ ਵੀ ਤੁਸੀਂ ਸੁਣਿਆ, ਕਿਸ ਹਾਲਾਤਾਂ ਦੇ ਵਿੱਚੋਂ ਨਿਕਲ ਕੇ ਇੱਥੇ ਪਹੁੰਚਿਆ ਹੈ, ਕਿੰਨੀਆਂ ਮੁਸੀਬਤਾਂ ਚੱਲੀਆਂ ਤੁਸੀਂ ਸੁਣਿਆ। ਬਜ਼ੁਰਗ ਪਿਤਾ ਜੀ ਵੀ ਇਹਨਾਂ ਦੇ ਆਕਾਸ਼ਦੀਪ ਦੇ ਨਾਲ ਨੇ, ਮਾਤਾ ਜੀ ਵੀ ਨਾਲ ਨੇ, ਗੱਲਬਾਤ ਕਰਦੇ ਆ ਉਹਨਾਂ ਨਾਲ ਵੀ। ਬਾਪੂ ਜੀ, ਸਭ ਤੋਂ ਪਹਿਲਾਂ ਤਾਂ ਮੈਂ ਹੁਣ ਇਹ ਜਾਣਨਾ ਚਾਹੂੰਗਾ ਅੱਜ ਮਹਿਸੂਸ ਕਿੱਦਾਂ ਦਾ ਕਰ ਰਹੇ ਹੋ? ਮੈਂ 4 ਮਹੀਨੇ ਪਹਿਲਾਂ ਲਗਭਗ ਆਇਆ ਸੀਗਾ ਤੁਹਾਡੇ ਕੋਲ ਤੇ ਉਸ ਦਿਨ ਹਾਲਾਤ ਬਹੁਤ ਗਮਗੀਨ ਸੀਗੇ ਪਰਿਵਾਰ ਦੇ, ਹੰਝੂ ਤੁਹਾਡੇ ਕਿਰਦੇ ਸੀ ਉਦੋਂ। ਅੱਜ ਮੈਂ ਚਾਹੂੰਗਾ ਦਿਲ ਦੇ ਵਿੱਚ ਬਲਬਲਾ ਕੀ ਹੈ, ਮਨ ਦੇ ਵਿੱਚ ਕੀ ਚੱਲ ਰਿਹਾ? ਪੁੱਤ ਮੈਨੂੰ ਅੱਜ ਨਾ ਦੂਜਾ ਰੱਬ ਮਿਲ ਗਿਆ, ਦੂਜਾ ਰੱਬ ਮੈਨੂੰ ਅੱਜ ਮਿਲਿਆ ਪੁੱਤ। ਮੇਰਾ ਪੁੱਤ ਮੇਰੇ ਕਾਲਜੇ ਨਾਲ ਲੱਗ ਗਿਆ ਨਾ। ਮੈਂ NRI ਵੀਰਾਂ ਦਾ ਜਾਂ ਦੂਜੇ ਕਿਸੇ ਵੀ ਲੋਕਾਂ ਦਾ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ, ਮੈਂ ਨਾ ਉਹਨਾਂ ਦਾ ਪੈਰੀਂ ਹੱਥ ਲਾ ਕੇ ਮੈਂ ਇੰਨਾ ਧੰਨਵਾਦ ਕਰਦਾ ਵੀ ਮੈਨੂੰ ਮੇਰੇ ਪੁੱਤ ਨੂੰ ਮਿਲਾਤਾ ਤੇ ਮੇਰਾ ਪੁੱਤ ਮੇਰੇ ਘਰੇ ਆ ਗਿਆ। ਅੱਜ ਮੈਨੂੰ ਪਤਾ ਲੱਗਾ ਵੀ ਮੈਂ ਰੋਟੀ ਖਾ ਸਕਦਾ। ਮੈਨੂੰ ਇਦੋਂ ਪਹਿਲਾਂ ਕੋਈ ਉਮੀਦ ਨਹੀਂ ਸੀ ਵੀ ਮੇਰਾ ਪੁੱਤ ਮੇਰੇ ਘਰੇ ਆਊਗਾ, ਕਿ ਮੈਂ ਕਿਵੇਂ ਰਹੂੰਗਾ। ਪੁੱਤ ਮੈਂ ਧੰਨਵਾਦ ਤੁਹਾਡਾ ਜਿਹੜਾ ਤੁਸੀਂ ਇੰਨਾ ਆਪਣਾ ਹੈਲਪ ਕੀਤੀ ਮੇਰੀ। ਜੇ ਤੁਸੀਂ ਹੈਲਪ ਨਾ ਕਰਦੇ ਨਾਲੇ ਤਾਂ ਮੇਰਾ ਪੁੱਤ ਮਰ ਜਾਂਦਾ ਜਾਂ ਮੈਂ ਮਰ ਜਾਂਦਾ, ਇੱਥੇ ਘਰੇ ਅਸੀਂ ਮਰ ਜਾਂਦੇ। ਇਹ ਬਾਹਰੋਂ ਨਹੀਂ ਆ ਸਕਦਾ ਸੀਗਾ, ਤੁਹਾਡੀ ਵਜ੍ਹਾ ਨਾਲ ਹੀ ਇੱਥੋਂ ਤੱਕ ਪਹੁੰਚ ਗਿਆ ਪੁੱਤ ਮੇਰਿਆ। ਮੈਂ ਇੰਨਾ ਬਹੁਤ ਹਮਦਰਦ ਦਾ, TV ਦਾ ਬਹੁਤ ਧੰਨਵਾਦ ਕਰਦਾ ਤੇ NRI ਵੀਰਾਂ ਦਾ ਜਿਨ੍ਹਾਂ ਨੇ ਮੇਰੇ ਪੁੱਤ ਦੀ ਸੇਵਾ ਕੀਤੀ ਹੈ, ਮੇਰੇ ਪੁੱਤ ਦੀ ਹੈਲਪ ਕੀਤੀ ਹੈ, ਮੇਰੀ ਹੈਲਪ ਕੀਤੀ ਹੈ। ਬਹੁਤ ਮੈਂ ਧੰਨਵਾਦ ਉਹਨਾਂ ਦਾ ਕਰਦਾ ਪੁੱਤ। ਅੱਛਾ, ਜਦੋਂ ਆਪਾਂ ਪਹਿਲਾਂ ਤੁਹਾਡਾ ਇੰਟਰਵਿਊ ਕਰਕੇ ਗਏ ਸੀਗੇ, ਜਦੋਂ ਆਕਾਸ਼ਦੀਪ ਉੱਤੇ ਫਸਿਆ ਸੀਗਾ, ਉਹ ਇੰਟਰਵਿਊ ਤੋਂ ਬਾਅਦ ਕੋਈ ਅਸਰ ਹੋਇਆ ਸੀਗਾ? ਤੁਹਾਨੂੰ ਕੋਈ ਉਮੀਦ ਜਾਗੀ ਸੀ? ਕਿਉਂਕਿ ਪਹਿਲਾਂ ਤਾਂ ਮੈਂ ਦੇਖਿਆ ਸੀਗਾ ਤੁਹਾਡੇ ਨਾਲ ਗੱਲਬਾਤ ਜਦੋਂ ਕੀਤੀ, ਉਦੋਂ ਤਾਂ ਤੁਸੀਂ ਇੱਕਦਮ ਤੁਹਾਡਾ ਹੌਸਲਾ ਡੋਲਿਆ ਪਿਆ ਸੀਗਾ। ਉਸ ਇੰਟਰਵਿਊ ਤੋਂ ਬਾਅਦ, ਉਸ ਖਬਰ ਤੋਂ ਬਾਅਦ ਕੁਝ ਉਮੀਦ ਜਾਗੀ ਸੀ ਤੁਹਾਡੀ? ਮੈਂ ਜਦੋਂ ਇੰਟਰਵਿਊ ਤੁਸੀਂ ਲੈ ਗਏ ਉਦੋਂ ਬਾਅਦ 'ਚ ਸਾਡਾ ਰੱਬ ਹੀ ਬਦਲ ਗਿਆ, ਸਾਡੇ ਕਰਮ ਹੀ ਬਦਲ ਗਏ ਵੀ ਹੁਣ ਸਾਡਾ ਪੁੱਤ ਸਾਨੂੰ ਮਿਲ ਜਾਊਗਾ। ਤੁਸੀਂ ਬਸ ਇੰਟਰਵਿਊ ਕਰਕੇ ਤੇ ਘਰੋਂ ਨਿਕਲਿਆ ਤੇ ਸਾਡੇ ਘਰੇ ਤੁਸੀਂ ਰੱਬ ਨੂੰ ਛੱਡ ਗਏ। ਪਰਮਾਤਮਾ ਸਾਡੇ ਘਰੇ ਨਾ ਵਾਸਾ ਕਰਨ ਲੱਗ ਗਿਆ, ਸਾਡੇ ਦਿਨ ਸਿੱਧੇ ਹੋਣ ਲੱਗ ਗਏ ਪੁੱਤ। ਸਾਡੇ ਪੁੱਤ ਨੂੰ ਬਹੁਤ ਹੈਲਪ ਹੋਣ ਲੱਗ ਗਈ, ਸਾਡੀ ਹੈਲਪ ਹੋਣ ਲੱਗ ਗਈ। ਮੈਂ ਦਵਾਈਆਂ ਖਾਣ ਲੱਗ ਗਿਆ, ਮੈਂ ਠੀਕ ਹੋ ਗਿਆ। ਮੇਰੇ ਘਰਾਂ ਵਾਲੀ ਦਵਾਈਆਂ ਖਾਣ ਲੱਗ ਗਈ, ਉਹ ਵੀ ਠੀਕ ਹੋ ਗਈ। ਸਾਨੂੰ ਦਵਾਈ ਨੂੰ ਵੀ ਪੈਸੇ ਮਿਲਣ ਲੱਗ ਗਏ, ਰੋਟੀ ਵੀ ਖਾਣ ਲੱਗ ਗਏ ਅਸੀਂ ਰੱਜ ਕੇ। ਤੇ ਮੇਰਾ ਪੁੱਤ ਵੀ ਉੱਥੇ ਮੁੰਡਿਆਂ ਨੇ ਜਿਹੜਿਆਂ ਨੇ ਸੰਭਾਲ ਲਿਆ ਇੱਥੋਂ ਕੰਪਨੀ 'ਚੋਂ ਕੱਢ ਕੇ, ਮੈਂ ਉਹਨਾਂ ਦਾ ਵੀ ਬਹੁਤ ঋਣੀ ਆ ਪੁੱਤ। ਉਹ ਮੇਰੇ ਪੁੱਤ ਨੂੰ ਉਹਨਾਂ ਨੇ ਵੀ ਸੰਭਾਲ ਲਿਆ ਤੇ ਉਹ ਵੀ ਠੀਕ ਹੋ ਗਿਆ। ਮੈਂ ਦਰਸ਼ਕਾਂ ਨੂੰ ਇੱਕ ਗੱਲ ਮੈਨੂੰ ਯਾਦ ਆ ਗਈ, ਜਿਵੇਂ ਬਜ਼ੁਰਗਾਂ ਨੇ ਵੀ ਦੱਸਿਆ, ਕਹਿੰਦੇ ਉਦੋਂ ਹਾਲਾਤ ਇੱਦਾਂ ਦੇ ਸੀਗੇ, ਦੱਸਦੇ ਸੀਗੇ ਵੀ ਡਾਕਟਰ 1 ਮਹੀਨੇ ਦੀ ਦਵਾਈ ਲਿਖ ਕੇ ਦਿੰਦਾ ਸੀਗਾ ਤਾਂ ਇਹਨਾਂ ਦੇ ਕੋਲ ਜਿੰਨੇ ਪੈਸੇ ਇਕੱਠੇ ਥੋੜ੍ਹੇ ਬਹੁਤ ਹੁੰਦੇ ਸੀਗੇ 400-500 ਰੁਪਈਆ, ਤਾਂ ਉਹ ਮਸੀਂ 3 ਤੋਂ 4-5 ਦਿਨ ਦੀ ਦਵਾਈ ਆਉਂਦੀ ਸੀ। ਤਾਂ ਉਹ 5 ਦਿਨ ਦੀ ਦਵਾਈ ਇਹ ਬਜ਼ੁਰਗ 1 ਮਹੀਨਾ ਉਹਦੇ ਨਾਲ ਕੱਢਦੇ ਸੀਗੇ। ਕਹਿੰਦੇ ਮੈਂ 1 ਦਿਨ ਜਿਹੜੀ ਰੋਜ਼ ਦਵਾਈ ਰੈਗੂਲਰ ਖਾਣੀ ਹੁੰਦੀ ਸੀ ਤਾਂ ਮੈਂ ਉਹ 1 ਦਿਨ ਦਵਾਈ ਖਾ ਕੇ 5 ਦਿਨ ਵਿੱਚੋਂ ਛੱਡ ਦਿੰਦਾ ਸੀ, ਕਦੀ 4 ਦਿਨ ਵਿੱਚੋਂ ਛੱਡ ਦੇਣੀ, ਫਿਰ ਉਹ ਦਵਾਈ ਖਾ ਲੈਣੀ। ਤੇ ਉਹ 500 ਦੀ ਦਵਾਈ ਜਿਹੜੀ ਸਿਰਫ 5 ਦਿਨ ਦੀ ਹੁੰਦੀ ਸੀ, ਉਹ 5 ਦਿਨ ਦੀ ਦਵਾਈ ਦੇ ਨਾਲ ਇਹ ਬਜ਼ੁਰਗ ਇੱਕ ਪੂਰਾ ਮਹੀਨਾ ਕੱਢਦੇ ਰਹੇ। ਪਰ ਤੁਸੀਂ ਵੀ ਬਾਪੂ ਜੀ, ਮੈਂ ਦੇਖਿਆ ਤੁਹਾਡਾ ਹੌਸਲਾ ਵੱਡਾ ਹੈ, ਤੁਸੀਂ ਵੀ ਡੋਲੇ ਨਹੀਂ, ਹਿੰਮਤ ਨਹੀਂ ਹਾਰੀ, ਹਿੰਮਤ ਲਗਾਤਾਰ ਤੁਹਾਡੀ ਵੱਧਦੀ ਗਈ ਤੇ ਅੱਜ ਪੁੱਤ ਨੂੰ ਵੀ ਮਿਲੇ ਹੋ। ਖੁਸ਼ੀ ਅੱਜ ਪੂਰੀ? ਬਹੁਤ ਖੁਸ਼ੀ ਹੈ ਪੁੱਤ, ਹਿੰਮਤ ਮੈਂ ਇਉਂ ਨਹੀਂ ਹਾਰੀ। ਮੈਨੂੰ ਨਾ ਛੋਟੇ ਹੁੰਦੇ ਨੂੰ ਹੀ ਬਹੁਤ ਤਕਲੀਫਾਂ ਝੱਲਣੀਆਂ ਪਈਆਂ। ਆਪਦੀ ਮੈਂ ਛੋਟੀ ਉਮਰ 'ਚ ਹੀ ਬਹੁਤ ਤਕਲੀਫਾਂ ਝੱਲੀਆਂ ਤੇ ਫਿਰ ਮੈਨੂੰ ਆਹ ਵੀ ਤਕਲੀਫ ਝੱਲਣੀ ਪਈ
ਪਰ ਮੇਰਾ ਨਾ ਹੌਸਲਾ ਬਹੁਤ ਵੱਡਾ ਸੀਗਾ। ਪਰ ਇੱਕ ਨਾ ਪੁੱਤ ਸੀਗਾ ਕਰਕੇ ਬਾਹਰ ਪੁੱਤ ਬੈਠਾ ਸੀਗਾ ਮੇਰੇ ਕਿਤੇ ਕੋਲੇ ਹੁੰਦਾ ਤਾਂ ਫਿਰ ਹੋਰ ਗੱਲ ਸੀਗੀ। ਬਾਹਰ ਬੈਠੇ ਦਾ ਮੇਰਾ ਨਾ ਕੋਈ ਜ਼ੋਰ ਨਹੀਂ ਚੱਲਦਾ ਸੀਗਾ ਪੁੱਤ ਵੀ ਮੈਂ ਉਹਨੂੰ ਕਿਵੇਂ ਲਿਆਵਾਂ, ਕਿਵੇਂ ਬਾਹੋਂ ਫੜ ਕੇ ਮੈਂ ਖਿੱਚ ਕੇ ਲਿਆਵਾਂ, ਤੇ ਮੇਰਾ ਆਹੀ ਜ਼ੋਰ ਨਹੀਂ ਚੱਲਦਾ ਸੀਗਾ। ਮੇਰੇ ਭਰਾਵਾਂ ਨੇ, ਮੇਰੇ ਪੁੱਤਾਂ ਨੇ, ਬਾਹਰ ਮੇਰੀਆਂ ਧੀਆਂ ਨੇ, ਉਹਨਾਂ ਨੇ ਮੇਰੇ ਪੁੱਤ ਦੀ ਨਾ ਮੈਨੂੰ ਬਾਂਹ ਫੜਾਤੀ ਤੇ ਮੈਂ ਖਿੱਚ ਲਿਆ। NRIਆਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਇਸ ਪੂਰੇ ਕਾਰਜ ਦੇ ਵਿੱਚ, ਦੁੱਖਾਂ ਤਕਲੀਫਾਂ ਖਤਮ ਕਰਨ ਦੇ ਵਿੱਚ। ਮੈਨੂੰ ਲੱਗਦਾ NRIਆਂ ਦਾ ਬਹੁਤ ਵੱਡਾ ਯੋਗਦਾਨ ਹੈ। ਕੁਝ ਕਹਿਣਾ ਚਾਹੁੰਦੇ ਉਹਨਾਂ ਨੂੰ ਜਿਹੜੇ ਅਮਰੀਕਾ, ਕੈਨੇਡਾ ਤੋਂ, ਦੁਬਈ ਤੋਂ, ਹਰ ਮੁਲਕ ਦੇ ਵਿੱਚੋਂ ਤੁਹਾਨੂੰ ਫੋਨ ਕਾਲਾਂ ਤਾਂ ਬਹੁਤ ਆਉਂਦੀਆਂ ਹੋਣਗੀਆਂ, ਕਿਉਂਕਿ ਮੈਨੂੰ ਪਰਸਨਲੀ ਬਹੁਤ ਫੋਨ ਆਏ ਸੀ ਤੁਹਾਡੇ ਰਿਲੇਟਡ। ਹਾਂਜੀ, ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਮੈਂ ਅਜੇ ਵੀ ਮੇਰੇ ਨਾਲ ਗੱਲਬਾਤ ਕਰਦੇ ਆ ਵੀ ਬੱਚਾ ਆਇਆ ਕਿ ਨਹੀਂ, ਤੁਸੀਂ ਬਾਪੂ ਜੀ ਦੱਸੋ ਬੱਚਾ ਆਇਆ ਕਿ ਨਹੀਂ। ਮੈਨੂੰ ਹੁਣ ਤੱਕ ਵੀ ਪੁੱਛਦੇ ਆ। ਮੈਂ ਕਹਿੰਦਾ ਬੇਟਾ ਜਿੱਦਾਂ ਆ ਗਿਆ ਮੇਰਾ ਪੁੱਤ ਮੈਂ ਉਦੋਂ ਤੁਹਾਨੂੰ ਮੈਸੇਜ ਛੱਡੂੰਗਾ। ਮੈਂ ਅੱਜ ਨਾ ਸ਼ਾਮ ਤੱਕ ਮੈਂ ਸਾਰਿਆਂ ਨੂੰ ਮੈਸੇਜ ਛੱਡਣ ਲੱਗ ਜੂ ਵੀ ਮੇਰਾ ਪੁੱਤ ਤੁਸੀਂ ਮੇਰੇ ਗਲ ਲਾਤਾ। ਮੈਨੂੰ ਇੰਨਾ ਹੌਸਲਾ ਮੈਨੂੰ ਮੇਰੇ ਪੁੱਤਾਂ ਦਾ ਬਾਹਰ ਬੈਠਿਆਂ ਦਾ, ਉਹ ਪਤਾ ਨਹੀਂ ਕਿਹਦੀ ਮਾਂ ਦੇ ਜਾਏ ਆ ਪਰ ਉਹ ਮੇਰੇ ਆ। ਮੈਂ ਕਹਿੰਦਾ ਆਪਣਾ ਸੁਖਵਿੰਦਰ ਸਿੰਘ ਉਹ ਮੇਰੇ ਪੁੱਤ ਹੈ, ਕਿਉਂ ਮੇਰੇ ਪੁੱਤ ਨੂੰ ਮੈਂ ਆਪਦੇ ਪਿਓ ਨੂੰ ਮਿਲਾਤਾ। ਬਾਹਰ ਮੇਰੇ ਪੁੱਤ ਧੀਆਂ ਬਹੁਤ ਬੈਠੇ ਆ। ਕਿੱਥੇ ਮੈਂ ਇੱਥੇ ਇਕੱਲਾ ਸੀਗਾ ਤੇ ਮੇਰਾ ਪੁੱਤ ਵੀ ਬਾਹਰ ਬੈਠਾ ਸੀਗਾ, ਤੇ ਕਿੱਥੇ ਅੱਜ ਮੇਰਾ ਪਰਿਵਾਰ ਨਾਲ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਤੱਕ ਬਹੁਤ ਫੈਲ ਗਿਆ। ਹਰ ਇੱਕ ਬੰਦਾ ਮੇਰੇ ਨਾਲ ਗੱਲ ਕਰਦਾ, ਹਰ ਇੱਕ ਗੁੱਡੀ ਗੱਲ ਕਰਦੀ ਹੈ ਵੀ ਬਾਪੂ ਜੀ ਠੀਕ ਹੈ, ਤੁਸੀਂ ਦਵਾਈ ਖਾਈ ਜਾਂਦੇ ਆ, ਜੇ ਨਹੀਂ ਵੀ ਦਵਾਈ ਤਾਂ ਅਸੀਂ ਪੈਸੇ ਪਾਉਂਦੇ ਆ ਤੁਹਾਨੂੰ, ਤੁਸੀਂ ਆਪਦਾ ਦਵਾਈ ਨਾ ਛੱਡਿਓ, ਤੁਸੀਂ ਬਹੁਤ ਠੀਕ ਹੋ ਗਏ ਆ, ਹੁਣ ਦਵਾਈ ਖਾਈ ਚੱਲੋ। ਸਿਹਤ ਦੇ ਵਿੱਚ ਵੀ ਕਾਫੀ ਸੁਧਾਰ ਲੱਗ ਰਿਹਾ ਮੈਨੂੰ ਉਸ ਦਿਨ ਤੋਂ ਲੈ ਕੇ ਅੱਜ ਦੇ ਦਿਨ ਤੱਕ। ਹਾਂਜੀ, ਬਹੁਤ ਸੁਧਾਰ ਹੈ। ਮੈਂ ਤਾਂ ਆਪ ਹੁਣ ਮੈਂ ਤੁਰਦਾ ਫਿਰਦਾ, ਬਹੁਤ ਜ਼ਿਆਦਾ ਤੁਰਦਾ ਫਿਰਦਾ। ਤੁਰਿਆ ਜਾਣਾ। ਪਹਿਲਾਂ ਤਾਂ ਮੈਂ ਮੰਜੇ ਤੇ ਬੈਠਾ ਸੀਗਾ, ਜਦੋਂ ਤੁਸੀਂ ਆਏ ਆ ਤੁਸੀਂ ਦੇਖਿਆ ਸੀ ਮੇਰਾ ਹਾਲ, ਤੇ ਆ ਬਾਂਹ ਕੰਮ ਨਹੀਂ ਕਰਦੀ ਸੀ, ਹੁਣ ਲੱਤ ਵੀ ਕੰਮ ਕਰਦੀ ਹੈ, ਬਾਂਹ ਵੀ ਕੰਮ ਕਰਦੀ ਹੈ। ਇੱਕ ਹੌਸਲਾ ਪੁੱਤ, ਅੱਜ ਮੈਂ ਜਮਾਂ ਹੀ ਠੀਕ ਹਾਂ, ਮੇਰਾ ਪੁੱਤ ਘਰੇ ਆ ਗਿਆ ਤੇ ਅੱਜ ਮੈਨੂੰ ਕੋਈ ਵੀ ਬਿਮਾਰੀ ਨਹੀਂ ਹੈ। ਅੱਛਾ, ਜਦੋਂ ਇਹ ਦੁੱਖ ਦੀ ਘੜੀ ਆਈ ਪਰਿਵਾਰ ਦੇ ਉੱਤੇ ਤਾਂ ਰਿਸ਼ਤੇਦਾਰਾਂ ਦਾ, ਪਿੰਡ ਦੇ ਲੋਕਾਂ ਦਾ, ਪੰਚਾਇਤ ਦਾ ਕੀ ਰਵੱਈਆ ਸੀ ਤੁਹਾਡੇ ਪ੍ਰਤੀ? ਕੋਈ ਦੁੱਖ ਤਕਲੀਫ ਸੁਣਨ ਦੇ ਲਈ ਕੋਈ ਰਿਸ਼ਤੇਦਾਰ ਨੇ ਕੋਈ ਪਹੁੰਚ ਕੀਤੀ, ਕਿਸੇ ਪੰਚਾਇਤ ਮੈਂਬਰ ਨੇ ਪਹੁੰਚ ਕੀਤੀ, ਕਿਸੇ ਪਿੰਡ ਵਾਸੀ ਨੇ ਪਹੁੰਚ ਕੀਤੀ ਵੀ ਅਸੀਂ ਵੀ ਤੁਹਾਡੇ ਨਾਲ ਹੈ, ਤੁਸੀਂ ਘਬਰਾਓ ਨਾ? ਨਾ ਕੋਈ ਪਿੰਡ ਵਾਸੀ, ਨਾ ਕੋਈ ਪੰਚਾਇਤ, ਇਹ ਤਾਂ ਚਲੋ ਪਿੰਡ ਵਾਲੇ ਆ। ਸਾਡਾ ਕੋਈ ਰਿਸ਼ਤੇਦਾਰ ਨੇ ਫੋਨ ਕਰਕੇ ਵੀ ਨਹੀਂ ਪੁੱਛਿਆ ਵੀ ਤੁਹਾਡੇ ਤੇ ਕੀ ਦੁੱਖ ਹੈ, ਕੀ ਤਕਲੀਫ ਹੈ। ਸਾਨੂੰ ਕੋਈ ਰਿਸ਼ਤੇਦਾਰਾਂ ਨੇ, ਕਿਸੇ ਨੇ ਅੱਜ ਤੱਕ ਇਉਂ ਨਹੀਂ ਪੁੱਛਿਆ ਵੀ ਤੁਹਾਡੇ ਤੇ ਕੀ ਦੁੱਖ ਆ ਗਿਆ, ਕੀ ਤੁਸੀਂ ਇੰਨੇ ਕਾਹਤੋਂ ਐਂ ਦੁਖੀ ਹੋ ਗਏ, ਵੀ ਤੁਹਾਡਾ ਮੁੰਡਾ ਕੀ ਹੋ ਗਿਆ, ਕੀ ਨਹੀਂ ਹੋਇਆ, ਕਿਸੇ ਨੇ ਨਹੀਂ ਪੁੱਛਿਆ ਵੀਰੇ। ਹਾਂ, ਇਹ ਤਾਂ ਬਸ ਇੱਕ ਪ੍ਰਮਾਤਮਾ ਨੇ ਤੁਹਾਨੂੰ ਭੇਜਿਆ ਸਾਡੇ ਘਰੇ, ਤੇ ਇਹ ਵੀ ਤੁਹਾਡਾ ਹੀ ਘਰ ਆ। ਮੈਂ ਐਵੇਂ ਕਹਿ ਬੈਠਾ ਵੀ ਸਾਡੇ ਘਰੇ, ਤੇ ਪੁੱਤ ਮੇਰਾ ਜੇ ਨਾ ਤੁਸੀਂ ਆਉਂਦੇ ਤਾਂ ਮੇਰੇ ਘਰੇ ਰੱਬ ਨਹੀਂ ਆਉਣਾ ਸੀਗਾ। ਮੇਰੇ ਰੱਬ ਨੇ ਮੇਰਾ ਪੁੱਤ ਭੇਜਿਆ ਤਾਂ ਤੁਸੀਂ ਰੱਬ ਛੱਡ ਕੇ ਗਏ ਮੇਰੇ ਘਰੇ। ਚਲੋ ਇਹ ਦੁਆਵਾਂ, ਇਹ ਅਸੀਸਾਂ, ਬਹੁਤ ਖੁਸ਼ੀ ਮਿਲਦੀ ਹੈ ਜਦੋਂ ਤੁਹਾਡੀ ਕਿਸੇ ਖਬਰ ਦਾ ਕੋਈ ਅਸਰ ਹੁੰਦਾ ਹੈ। ਵੱਡੀ ਖੁਸ਼ੀ ਦੀ ਗੱਲ ਇਹ ਹੈ ਵੀ ਇਹ ਬਜ਼ੁਰਗ ਮਾਤਾ ਪਿਤਾ ਨੂੰ ਉਹਨਾਂ ਦਾ ਪੁੱਤਰ ਉਹਨਾਂ ਤੱਕ ਪਹੁੰਚਿਆ। ਅਸੀਂ ਕੁਝ ਨਹੀਂ ਕੀਤਾ ਇਹਦੇ ਵਿੱਚ, ਸਿਰਫ ਇਹਨਾਂ ਦੀ ਆਵਾਜ਼ ਤੁਹਾਡੇ ਤੱਕ ਜਿਹਨਾਂ ਲੋਕਾਂ ਨੇ ਮਦਦ ਕੀਤੀ ਹੈ। ਖਾਸ ਤੌਰ ਦੇ ਉੱਤੇ ਸਲਾਮ ਹੈ ਉਹਨਾਂ NRI ਭਰਾਵਾਂ ਨੂੰ, ਭੈਣਾਂ ਨੂੰ, ਬਜ਼ੁਰਗਾਂ ਨੂੰ ਜਿਹੜੇ ਨਿੱਤ ਇਹਨਾਂ ਨੂੰ ਫੋਨ ਕਰਕੇ ਦਵਾਈ ਦਾਰੂ ਪੁੱਛਦੇ ਸੀਗੇ, ਆਕਾਸ਼ਦੀਪ ਦੇ ਵਾਸਤੇ ਹਰ ਮਦਦ ਦੇਣ ਦੇ ਲਈ ਤਿਆਰ ਹੁੰਦੇ ਸੀਗੇ। ਜਿੱਥੇ ਵੀ ਕਿੱਥੇ ਉਹਨਾਂ ਦਾ ਹੱਥ ਪੈਂਦਾ ਸੀਗਾ ਤਾਂ ਆਕਾਸ਼ਦੀਪ ਦੇ ਨਾਲ ਪਹੁੰਚ ਕਰਕੇ, ਰਾਬਤਾ ਕਾਇਮ ਕਰਕੇ ਉਸ ਦੇ ਲਈ, ਉਸ ਨੂੰ ਘਰ ਵਾਪਸੀ ਕਰਵਾਉਣ ਦੇ ਲਈ ਉਹ ਇੱਕ ਨਵਾਂ ਰਾਹ ਲੱਭਦੇ ਸੀਗੇ। 6000 ਦਰਾਮ ਵੱਡੀ ਰਕਮ ਹੈ। ਇੱਕ ਆਮ ਇਨਸਾਨ, ਇੱਕ ਗਰੀਬ ਬੰਦਾ, ਇੱਕ ਜ਼ਰੂਰਤਮੰਦ ਬੰਦਾ ਸ਼ਾਇਦ ਇੰਨੀ ਰਕਮ ਇਕੱਠੀ ਨਾ ਕਰ ਪਾਵੇ, ਪਰ ਉਹਨਾਂ NRIਆਂ ਨੇ ਜਿਵੇਂ ਦੱਸਿਆ ਵੀ NRIਆਂ ਦੇ ਵੱਲੋਂ ਵੱਡੇ ਸਹਿਯੋਗ ਦਿੱਤੇ ਗਏ ਆਕਾਸ਼ਦੀਪ ਦੀ ਘਰ ਵਾਪਸੀ ਕਰਵਾਉਣ ਦੇ ਲਈ। ਤਾਂ ਮੈਂ ਤਸਵੀਰਾਂ ਤੁਹਾਨੂੰ ਮਾਤਾ ਜੀ ਦੀਆਂ ਵੀ ਦਿਖਾਈਆਂ, ਪਹਿਲਾਂ ਵੀ ਦਿਖਾਈਆਂ, ਹੁਣ ਵੀ ਗੱਲਬਾਤ ਕਰਦੇ ਹਾਂ। ਮਾਤਾ ਜੀ, ਪਹਿਲਾਂ ਤਾਂ ਮੈਂ ਅੱਜ ਦਿਲ ਦਾ ਹਾਲ ਜਾਣਨਾ ਚਾਹੂੰਗਾ, ਸੋਚ ਜਾਣਨਾ ਚਾਹੂੰਗਾ ਅੱਜ ਦਿਲ ਦੇ ਵਿੱਚ ਕੀ ਹੈ, ਕਿਉਂਕਿ 4 ਮਹੀਨੇ ਪਹਿਲਾਂ ਦੇ ਹਾਲਾਤ ਮੈਂ ਪਹਿਲਾਂ ਦੇਖੇ ਸੀਗੇ, ਉਸ ਦਿਨ ਬਹੁਤ ਦੁੱਖ ਤਕਲੀਫਾਂ ਦੇ ਵਿੱਚ ਸੀਗੇ। ਅੱਜ ਪੁੱਤ ਮੈਂ ਬਹੁਤ ਖੁਸ਼ ਹਾਂ, ਬਹੁਤ ਜ਼ਿਆਦਾ ਖੁਸ਼ ਹਾਂ। ਸੁਖਵਿੰਦਰ, ਮੈਨੂੰ ਤੂੰ ਕਿਹਾ ਸੀਗਾ ਵੀ ਮਾਂ ਮੈਂ ਤੇਰਾ ਆਕਾਸ਼ ਹੀ ਹਾਂ। ਅੱਜ ਮੈਂ ਅੱਗੇ ਇੱਕ ਆਕਾਸ਼ ਨੂੰ ਉਡੀਕਦੀ ਸੀ, ਅੱਜ ਪੁੱਤ ਮੇਰੇ 2 ਆਕਾਸ਼ ਮੇਰੇ ਕੋਲੇ ਬੈਠੇ ਆ, ਮੇਰੇ ਜਿੰਨਾ ਕੋਈ ਖੁਸ਼ ਨਹੀਂ ਗਾ। ਉਦੋਂ ਮੈਂ ਕੁਛ ਕਰ ਨਹੀਂ ਸਕਦੀ ਸੀ ਪੁੱਤ, ਅੱਜ ਮੈਂ ਬਹੁਤ ਕੁਛ ਮਿਲ ਗਿਆ ਮੈਨੂੰ। ਇਹ ਤੇਰੀ ਦੇਣ ਆ ਪੁੱਤ, ਸੁਖਵਿੰਦਰ ਦੀ ਦੇਣ ਮੈਨੂੰ ਮਿਲੀ ਆ ਇਹ। ਤੇ ਜਾਂ ਜਿਹੜੇ ਵੀਰਾਂ ਨੇ ਮੇਰੀ ਮਦਦ ਕੀਤੀ, ਜਿਹੜੀਆਂ ਕੁੜੀਆਂ ਨੇ ਮੈਨੂੰ ਫੋਨ ਲਾਉਂਦੀਆਂ ਰਹੀਆਂ ਵੀ ਮਾਂ ਤੂੰ ਡੋਲਣਾ ਨਹੀਂ, ਅਸੀਂ ਆਕਾਸ਼ ਦੀਆਂ ਭੈਣਾਂ ਪੁੱਤ, ਉਹਨਾਂ ਨੇ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਕਰਦੀ ਹਾਂ। ਜਦੋਂ ਤੂੰ ਆਇਆ ਸੁਖਵਿੰਦਰ, ਉਦੋਂ ਤਾਂ ਮੈਨੂੰ, ਪਹਿਲੋਂ ਤਾਂ ਮੈਨੂੰ ਕਿਸੇ ਤੋਂ ਉਮੀਦ ਨਹੀਂ ਸੀ, ਮੈਂ ਬਹੁਤ ਧੱਕੇ ਖਾਧੇ,
ਮੈਂ ਹਰ ਇੱਕ ਦੇ ਪੈਰੀਂ ਹੱਥ ਲਾਏ। ਮੈਂ ਘਰੋਂ ਇਕੱਲੀ ਨੇ ਤੁਰਨਾ, ਮੈਂ ਕਹਿਣਾ ਮੇਰਾ ਪੁੱਤ ਕਿਵੇਂ ਨਾ ਕਿਵੇਂ ਆ ਜੇ ਪੁੱਤ। ਕਿਸੇ ਨੇ ਮੇਰੀ ਬਾਂਹ ਨਹੀਂ ਫੜੀ ਸੀ। ਬਹੁਤ ਮੀਡੀਆ ਵਾਲਿਆਂ ਨੂੰ ਮੈਂ 6-7 ਜਣਿਆਂ ਨੂੰ ਫੋਨ ਕੀਤਾ, ਮੇਰੀ ਕਿਸੇ ਨੇ ਨਹੀਂ ਸੁਣੀ ਗੀ। ਸੁਖਵਿੰਦਰ ਜਿੱਦਣ ਤੂੰ ਆ ਕੇ ਮੁੜਿਆ ਫਿਰ ਫੋਨ ਘਰੇ ਆਉਣ ਲੱਗ ਗਏ। ਫਿਰ ਮੈਨੂੰ ਐਂ ਹੋ ਗਿਆ ਵੀ ਅੱਜ ਮੇਰਾ ਜਿਹੜਾ ਪੁੱਤ ਮੈਨੂੰ ਕਹਿ ਕੇ ਗਿਆ ਸੀ, ਮਾਂ ਮੈਂ ਤੇਰਾ ਦੂਜਾ ਆਕਾਸ਼ ਹੈ, ਮੇਰੇ ਅੱਜ ਇਸ ਆਕਾਸ਼ ਨੇ ਮੇਰੀ ਬਾਂਹ ਫੜੀ ਹੈ ਤੇ ਮੇਰਾ ਆਕਾਸ਼ ਘਰੇ ਆ ਜਾਊਗਾ ਪੁੱਤ। ਮੈਂ ਸੀਗੀ ਉਮੀਦ ਸੀਗੀ ਤੁਹਾਨੂੰ ਇਹ ਸਾਰਾ ਕੁਝ ਇੰਨੇ ਲੋਕ ਤੁਹਾਡੀ ਮਦਦ ਦੇ ਲਈ ਧੀਆਂ ਪੁੱਤਰ ਬਣ ਜਾਣਗੇ, ਬਜ਼ੁਰਗ ਨਾਲ ਖੜ ਜਾਣਗੇ, ਆਪਣੀਆਂ ਕਿਰਤ ਕਮਾਈਆਂ ਦੇ ਵਿੱਚੋਂ ਹਿੱਸਾ ਪਾਉਣਗੇ, ਉਮੀਦ ਸੀਗੀ ਤੁਹਾਨੂੰ ਇੰਨੀ? ਹੈ ਨਹੀਂ ਸੀ ਬੇਟੇ। ਮੈਂ ਜਦੋਂ ਮੈਨੂੰ ਕਹਿੰਦੇ ਵੀ ਤੁਸੀਂ ਭਗਵੰਤ ਮਾਨ ਨਾਲ ਗੱਲ ਕਰ ਲਓ, ਮੈਂ ਭਗਵੰਤ ਮਾਨ ਦਾ ਫੋਨ ਲਾਈ ਗਈ। ਭਗਵੰਤ ਮਾਨ ਦੇ ਪੀਆ ਫੋਨ ਕੱਟ ਦਿੰਦਾ ਸੀ ਜਾਂ ਕਹਿ ਦਿੰਦਾ ਸੀ ਅਸੀਂ ਬੋਲਦੇ ਨਹੀਂ, ਫੋਟੋ ਆ ਜਾਂਦੀ ਸੀਗੀ DP ਤੇ। ਪਰ ਜਦੋਂ ਤੁਸੀਂ ਆ ਕੇ ਮੁੜੇ ਆ ਉਦੋਂ ਬਾਅਦ 'ਚ ਉਮੀਦ ਪਹਿਲੋਂ ਫਿਰ ਮੈਂ ਪੁੱਤ ਮੈਨੂੰ ਆਪ ਨੂੰ ਬੈਠੀ ਨੂੰ ਰੰਗ ਦਾ ਦੌਰਾ ਪੈ ਗਿਆ। ਪਹਿਲੋਂ ਸਰਦਾਰ ਜੀ ਨੂੰ ਪਿਆ ਸੀਗਾ, ਨਾ ਮੈਂ ਇਹਨਾਂ ਕੋਲੇ ਗੱਲ ਕਰਨੀ ਨਾ ਮੈਂ ਬੇਟੇ ਕੋਲੇ। ਇਹਨੂੰ ਤਾਂ ਮੈਂ ਦੱਸਿਆ ਹੀ ਨਹੀਂ ਵੀ ਪੁੱਤ ਮੈਨੂੰ ਐਂ ਕਰਕੇ ਦੌਰਾ ਪੈ ਗਿਆ। ਜਦੋਂ ਫਿਰ ਮੈਂ ਹੌਲੀ ਤੁਰਨ ਲੱਗ ਗਈ, ਫਿਰ ਮੈਂ ਉਹੀ ਦਿਮਾਗ 'ਚ ਰੱਖਣਾ, ਮੈਂ ਕਹਿਣਾ ਵੀ ਮੇਰਾ ਪੁੱਤ ਕਿਵੇਂ ਨਾ ਕਿਵੇਂ ਘਰੇ ਆ ਜੇ, ਮੈਂ ਕਿਵੇਂ ਬੁਲਾਵਾਂ ਉਹਨੂੰ। ਮੈਂ ਬਹੁਤ ਸੁਖਵਿੰਦਰ ਹਰ ਇੱਕ ਦੀ ਮਿਹਨਤ ਕੱਢੀ ਬੇਟੇ, ਪਰ ਮੇਰੀ ਕਿਸੇ ਨੇ ਸੁਣੀ ਨਹੀਂ ਗੀ। ਨਾ ਮੇਰੇ ਸਕੀਰੀਆਂ ਵਾਲਿਆਂ ਨੇ ਮੈਨੂੰ ਪੁੱਛਿਆ ਗਾ। ਮੈਂ ਭੁੱਖੀ ਸੌਂਦੀ ਰਹੀ। ਜੇ ਮੇਰੇ ਕੋਲੇ ਕੁਛ ਹੋਣਾ ਮੈਂ ਸਰਦਾਰ ਜੀ ਨੂੰ ਥੋੜ੍ਹੀ ਘਣੀ ਰੋਟੀ ਲਾ ਦੇਣੀ, ਇਹਨਾਂ ਨੂੰ ਮੈਂ ਕਹਿ ਦੇਣਾ ਮੈਂ ਖਾ ਲੈਂਦੀ। ਇੱਥੇ ਹੀ ਮੰਜਾ ਇਹਨਾਂ ਦਾ ਡਾਇਆ ਹੁੰਦਾ ਸੀਗਾ, ਇਹਨੂੰ ਬਾਹਰ ਕੱਢ ਦੇਣਾ ਆਪ। ਫਿਰ ਉਸੇ ਰਜੇਵੇਂ 'ਚ ਕਿਤੇ ਕਿਸੇ ਨੂੰ ਫੋਨ ਲਾਉਣਾ ਪਾਸੇ ਕਰਕੇ ਵੀ ਇਹਨੂੰ ਦੌਰਾ ਨਾ ਪੈ ਜੇ, ਇਹਨੂੰ ਆਏ ਨਾ ਹੋ ਜੇ ਪੁੱਤ। ਜਿੱਦਣ ਪਰ ਸੁਖਵਿੰਦਰ ਤੂੰ ਮੁੜ ਕੇ ਗਿਆ ਪੁੱਤ, ਉਦੋਂ ਮਗਰੋਂ ਮੈਨੂੰ ਆਏ ਹੋ ਗਿਆ ਵੀ ਅੱਜ ਮੇਰੇ 2 ਪੁੱਤ ਹੋ ਗਏ। ਤੇ ਉਹ ਮੇਰੇ ਧੀਆਂ ਪੁੱਤਾਂ ਦਾ ਮੈਂ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਪੁੱਤ ਮੇਰਾ ਪੁੱਤ ਮੇਰੀ ਝੋਲੀ 'ਚ ਪਾਤਾ। ਹਮਦਰਦ ਮੀਡੀਆ ਨੇ ਇੱਕ ਜ਼ਿੰਮੇਵਾਰੀ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ। ਹਮਦਰਦ ਮੀਡੀਆ ਦੇ ਬਾਰੇ ਲੱਗਦਾ ਵੀ ਜਦੋਂ ਇਹ ਖਬਰ ਕੀਤੀ, ਤੁਹਾਡਾ ਇੰਟਰਵਿਊ ਚਲਾਇਆ ਗਿਆ, ਤਾਂ ਹਮਦਰਦ ਮੀਡੀਆ ਦੇ ਪਲੇਟਫਾਰਮ ਤੇ ਲੋਕਾਂ ਨੇ ਦੇਖਿਆ, ਉਸ ਤੋਂ ਬਾਅਦ ਤੁਹਾਡੇ ਨਾਲ ਰਾਬਤਾ ਕਾਇਮ ਕੀਤਾ। ਲੱਗਦਾ ਵੀ ਹਮਦਰਦ ਮੀਡੀਆ ਨੇ ਵੀ ਆਪਣਾ ਯੋਗਦਾਨ ਜਿਹੜਾ ਤੁਹਾਨੂੰ ਲੋੜ ਸੀਗੀ ਉਸ ਟਾਈਮ ਉਹ ਪਾਇਆ? ਸੁਖਵਿੰਦਰ ਹਮਦਰਦ TV ਬੇਟੇ, ਸੁਖਵਿੰਦਰ ਆਇਆ, ਹਮਦਰਦ TV ਨੇ ਭੇਜਿਆ ਹੈ ਨਾ, ਤੁਸੀਂ ਆਏ ਬੇਟੇ, ਤੁਹਾਡਾ ਧੰਨਵਾਦ। ਹਮਦਰਦ TV ਦਾ ਧੰਨਵਾਦ ਪੁੱਤ ਮੈਂ ਬਹੁਤ ਤਹਿ ਦਿਲੋਂ ਕਰਦੀ ਹਾਂ। ਪਰ ਮੈਂ ਇੰਨਾ ਸੋਚਦੀ ਹਾਂ ਵੀ ਹਮਦਰਦ TV ਨੇ ਤੁਹਾਨੂੰ ਭੇਜਿਆ, ਮੈਨੂੰ ਪੁੱਤ ਇੱਕ ਹੋਰ ਮਿਲ ਗਿਆ ਹੈ ਨਾ। ਉਹ ਧੀਆਂ ਪੁੱਤਾਂ ਦਾ ਵੀ ਮੈਂ ਧੰਨਵਾਦ ਕਰਦੀ ਹਾਂ। ਮੈਂ ਚੈਨਲ ਤੁਹਾਡੇ ਦਾ ਬਹੁਤ ਧੰਨਵਾਦ ਕਰਦੀ ਹਾਂ ਪੁੱਤ। ਮੈਂ ਰੁਲ ਗਈ ਸੀਗੀ, ਮੈਂ ਕਹਿੰਦੀ ਸੀ ਮੇਰਾ ਪੁੱਤ ਨਹੀਂ ਮੈਨੂੰ ਮਿਲਦਾ। ਮੇਰੀ ਪਹਿਲੋਂ ਧੀ ਖੁੱਸ ਗਈ ਸੀ ਪੁੱਤ, ਫਿਰ ਮੇਰਾ ਪੁੱਤ ਮੈਨੂੰ ਪਤਾ ਸੀ ਜਦੋਂ ਮੈਂ ਸੱਟ ਵਹਿੰਦੀ ਸੀ ਮੈਂ ਅੰਦਰ ਰੋ ਕੇ ਬੇਟੇ ਉੱਠ ਕੇ ਖੜੀ ਹੋ ਜਾਂਦੀ ਸੀ। ਪਰ ਅੱਜ ਮੈਂ ਬਹੁਤ ਖੁਸ਼ ਵੀ ਹਾਂ, ਮੇਰੇ ਖੁਸ਼ੀ ਦੇ ਆਂਸੂ ਆਉਂਦੇ ਆ ਪੁੱਤ। ਮੈਨੂੰ ਸਾਰਿਆਂ ਨੇ ਐਂ ਸਿੱਟਤਾ ਸੀਗਾ ਵੀ ਇਹ ਅੱਜ ਹੈ ਨਹੀਂ ਗੀ ਪੁੱਤ। ਮੈਂ ਹੈ ਨਹੀਂ ਸੀ। ਜੇ ਤੂੰ ਸੁਖਵਿੰਦਰ ਨਾ ਤੁਸੀਂ ਆਉਂਦੇ ਮੈਂ ਹੈ ਨਹੀਂ ਸੀ। ਮੈਂ ਬਹੁਤ ਜ਼ਿਆਦਾ ਡੋਲੀ ਵੀ ਸੀਗੀ। ਮੈਨੂੰ ਆਏ ਸੀ ਮੇਰਾ ਪੁੱਤ ਨਹੀਂ ਮੁੜਨਾ ਗਾ, ਮੇਰੇ ਪੁੱਤ ਦਾ ਮੈਥੋਂ ਮੂੰਹ ਨਹੀਂ ਵੇਖਿਆ ਜਾਣਾ। ਅੱਜ ਤੱਕ ਪੁੱਤ ਮੇਰੇ ਮਨ 'ਚ ਆਹੀ ਸੀਗੀ, ਜਦੋਂ ਇਹਦੇ ਕੋਈ ਨਾ ਕੋਈ ਵਿੱਚ ਕੋਈ ਨੁਕਸ ਹੋ ਜਾਣਾ ਇਹਨੇ ਦੱਸਣਾ, ਮੈਂ ਕਹਿਣਾ ਕਿੱਥੇ ਪ੍ਰਮਾਤਮਾ ਤੂੰ ਰੁੱਸ ਗਿਆ ਮੇਰੇ ਵੱਲੋਂ। ਅੱਜ ਪੁੱਤ ਮੈਂ ਬਹੁਤ ਖੁਸ਼ ਹਾਂ, ਬਹੁਤ ਤੁਹਾਡਾ ਧੰਨਵਾਦ ਕਰਦੀ ਹਾਂ ਬੇਟੇ। ਤੁਹਾਡੇ ਚੈਨਲ ਦਾ ਬਹੁਤ ਧੰਨਵਾਦ ਕਰਦੀ ਹਾਂ। ਹਮਦਰਦ TV ਨੇ ਮੇਰੀ ਆਵਾਜ਼ ਉਠਾਈ, ਅੱਜ ਮੈਂ ਆਪਦੇ ਪੁੱਤ ਕੋਲੇ ਬੈਠੀ ਹਾਂ। ਮੇਰਾ ਪੁੱਤ ਮੇਰੀ ਛਾਤੀ ਨਾਲ ਲੱਗ ਗਿਆ ਪੁੱਤ। ਮੈਂ ਸਾਰੀ ਰਾਤ ਦੀ ਸੁੱਤੀ ਨਹੀਂ ਬੇਟੇ, ਮੈਂ ਆਈ ਫਿਰਦੀ ਹਾਂ। ਇਹ ਆ ਕੇ ਸੌਂ ਗਿਆ, ਮੈਂ ਸੁੱਤੀ ਨਹੀਂ। ਮੈਂ ਕਿਤੇ ਇਹਦੇ ਮੂੰਹ ਵੱਲ ਵੇਖਾਂ ਵੀ ਮੇਰਾ ਪੁੱਤ ਕਿੰਨਾ ਲਿੱਸਾ ਹੋਇਆ ਪਿਆ, ਕਿਤੇ ਇਹਦੇ ਤੇ ਉੱਠ ਕੇ ਕੱਪੜਾ ਦੇਵਾਂ, ਇਹਨੂੰ ਠੰਡ ਲੱਗਦੀ ਹੈ। ਜਦੋਂ ਪੁੱਤ ਉਦੋਂ ਮੇਰੇ ਮਨ 'ਚ ਬਹੁਤ ਉੱਠਦੀਆਂ ਸੀਗੀਆਂ ਵੀ ਅੱਜ ਮੇਰਾ ਪੁੱਤ ਮੇਰੇ ਕੋਲੇ ਆ, ਮੈਂ ਇਹਨੂੰ ਕਿਵੇਂ ਢੱਕਦੀ। ਤੇ ਜਦੋਂ ਸੱਟ ਵੱਜੀ ਵੀ ਕੀ ਮੇਰੇ ਪੁੱਤ ਤੇ ਬੀਤਦੀ ਹੋਊਗੀ ਬਹੁਤ ਪੁੱਤ। ਇਹ ਅੱਜ ਖੁਸ਼ੀ ਆ ਪਰਿਵਾਰ ਦੇ ਵਿੱਚ, ਕਹਿੰਦੇ ਖੁਸ਼ੀ ਦੇ ਹੰਝੂ ਨੇ ਮੇਰੇ, ਬੇਸ਼ੱਕ ਮੇਰੇ ਅੱਖਾਂ ਨਮ ਨੇ ਪਰ ਮੇਰੇ ਦਿਲ ਦੇ ਵਿੱਚ ਖੁਸ਼ੀ ਹੈ ਕਿਉਂਕਿ ਮੇਰਾ ਪੁੱਤ ਮੇਰੇ ਸੀਨੇ ਦੇ ਨਾਲ ਜਾ ਕੇ ਲੱਗ ਗਿਆ। ਬਾਬੂ ਜੀ ਹੁਣ ਅੱਗੇ ਦਾ ਕੀ ਪਲਾਨ ਹੈ? ਆਕਾਸ਼ਦੀਪ ਦਾ ਵਿਆਹ ਕਰਨਾ ਕਿ ਫਿਰ ਦੁਬਾਰਾ ਬਾਹਰ ਦੀ ਟਰਾਈ ਲਾਉਣੀ ਕਿਤੇ? ਨਹੀਂ ਪੁੱਤ, ਹੁਣ ਤਾਂ ਵਿਆਹ ਕਰਾਂਗੇ, ਇੱਥੇ ਬੱਚੀ ਲਿਆਵਾਂਗੇ ਕੋਈ, ਫਿਰ ਅਸੀਂ ਬੱਚੇ ਖਿਲਾਇਆ ਕਰਾਂਗੇ। ਹੁਣ ਅਸੀਂ ਬਾਹਰ ਨਹੀਂ ਭੇਜਦੇ ਇਹਨੂੰ। ਹੁਣ ਤਾਂ ਅਸੀਂ ਨਾ ਇਹਨੂੰ ਆਪਦੇ ਕੋਲ ਹੀ ਰੱਖਾਂਗੇ, ਇੱਥੇ ਜਿੰਨਾ ਕੁਛ ਕਰਨਾ ਕਰ ਲੂਗਾ ਆਪਦਾ, ਤੇ ਅਸੀਂ ਬਾਹਰ ਨਹੀਂ ਭੇਜਣਾ ਪੁੱਤ। ਬਾਹਰ ਭੇਜ ਕੇ ਅਸੀਂ ਬਹੁਤ ਦੁਖੀ ਹੋ ਗਏ ਸੀਗੇ। ਹੁਣ ਤੁਸੀਂ ਸਾਨੂੰ ਵੀ ਦੇਖਦੇ ਹਾਂ ਵੀ ਸਾਡੀ ਵੀ ਉਮਰ ਹੈ ਨਹੀਂ ਗੀ ਇਕੱਲਿਆਂ ਦੀ ਰਹਿਣ ਦੀ, ਤੇ ਹੁਣ ਅਸੀਂ ਇਹਨੂੰ ਆਪਦੇ ਕੋਲੇ ਹੀ ਰੱਖਾਂਗੇ। ਜੇ ਬਾਹਰ ਜਾਊਗਾ ਤਾਂ ਕਿਸੇ ਚੰਗੇ ਮੁਲਕ ਜਾਊਗਾ, ਨਹੀਂ ਐਵੇਂ ਨਾ ਦੁਬਈ ਅਸੀਂ ਨਹੀਂ ਭੇਜਦੇ ਪੁੱਤ। ਇਹ ਤਾਂ ਨਾ ਮਾੜੀ ਗੱਲ ਹੈ ਜਿਹੜੀ ਆਪਾਂ ਥੋੜ੍ਹੇ ਜਿਹੇ ਪੈਸੇ ਕਰਕੇ ਭੇਜ ਦਿੰਦੇ ਹਾਂ, ਤੇ ਗਾਂ ਬੱਚਿਆਂ ਦਾ ਕੋਈ ਭਵਿੱਖ ਨਹੀਂ ਬਣਦਾ ਉੱਥੇ, ਤਾਂ ਬਹੁਤ ਮੁਸ਼ਕਿਲ ਹੀ ਚੱਲਦੀ ਹੈ।
ਲੱਗਦਾ ਹੈ ਵੀ ਇੱਥੇ ਵੀ ਰੋਜ਼ਗਾਰ ਦੀਆਂ ਕਮੀਆਂ ਨੇ, ਰੋਜ਼ਗਾਰ ਨਹੀਂ ਹੈਗਾ, ਸਰਕਾਰਾਂ ਨੌਜਵਾਨਾਂ ਨੂੰ ਰੋਜ਼ਗਾਰ ਦੇ ਨਹੀਂ ਪਾ ਰਹੀਆਂ ਜਾਂ ਕੋਸ਼ਿਸ਼ਾਂ ਨਹੀਂ ਕਰਦੀਆਂ। ਅੱਜ ਸਾਡੇ ਨੌਜਵਾਨ ਆਕਾਸ਼ਦੀਪ ਵਰਗੇ ਲੱਖਾਂ ਜਿਹੜੇ ਨੇ ਉਹ ਕਈ ਵਾਰ ਮੁਸੀਬਤਾਂ 'ਚ ਫਸ ਜਾਂਦੇ ਨੇ ਵਿਦੇਸ਼ੀ ਧਰਤੀ 'ਤੇ ਜਾ ਕੇ। ਬਹੁਤ 6 ਫੁੱਟ 1 ਇੰਚ ਕੱਦ ਹੈ ਇਹਦਾ, +2 ਪਾਸ ਹੈ, ਤੇ ਇੰਨੇ ਸਾਡੇ ਕੋਲ ਪੈਸੇ ਹੈ ਨਹੀਂ ਸੀਗੇ ਜਿੰਨੇ ਇਹਨੂੰ ਫੌਜ 'ਚ ਜਾਂ ਪੁਲਿਸ 'ਚ ਭਰਤੀ ਹੋਣ ਦੇ ਮੰਗਦੇ ਸੀਗੇ। ਉਹਨੇ ਸਾਡੇ ਕੋਲ ਪੈਸੇ ਹੈ ਨਹੀਂ ਸੀ, ਨਹੀਂ ਅਸੀਂ ਕਾਹਨੂੰ ਭੇਜਣਾ ਸੀਗਾ ਜੇ ਸਾਡੇ ਕੋਲ ਪੈਸੇ ਹੁੰਦੇ। 1-2 ਲੱਖ ਰੁਪਈਆ ਕਿੱਥੋਂ ਦੇ ਦਿੰਦੇ ਸਾਡੇ। ਆ ਤੁਸੀਂ ਦੇਖੀ ਜਾਂਦੇ, ਘਰ ਤਾਂ ਸਾਡੇ ਕਿਤੇ ਉੱਧਰੋਂ ਇੱਟਾਂ ਡਿੱਗੀਆਂ ਚਾਰੋਂ, ਸਾਡਾ ਗੇਟ ਬਣਿਆ ਨਹੀਂ ਸਾਤੋਂ, ਤੇ ਅਸੀਂ 1-2 ਲੱਖ ਰੁਪਈਆ ਦੇ ਕੇ ਇਹਨੂੰ ਭਰਤੀ ਕਰਾ ਸਕਦੇ ਪੁੱਤ, ਫਿਰ ਅਸੀਂ ਇਹਨੂੰ ਬਾਹਰ ਕਿਉਂ ਭੇਜਦੇ ਜੇ ਸਾਡੇ ਕੋਲ ਇੰਨੇ ਪੈਸੇ ਹੁੰਦੇ ਤਾਂ। ਮਾੜੀ ਗੱਲ ਆ ਸਰਕਾਰਾਂ ਦੀ, ਜਿਹੜੇ ਵਧੀਆ ਨੌਜਵਾਨ ਮੁੰਡਿਆਂ ਨੂੰ ਸਾਰਿਆਂ ਨੂੰ ਬਾਹਰ ਭੇਜੀ ਜਾਂਦੇ ਆ, ਕਿਉਂ ਭੇਜਦੇ ਆ? ਇਹ ਸਰਕਾਰਾਂ ਮਾੜੀਆਂ ਕਰਕੇ। ਕਿਉਂ ਆਪਾਂ ਨੂੰ ਨੌਕਰੀ ਨਹੀਂ ਮਿਲਦੀ? ਨੌਕਰੀ ਮਿਲੇ ਤਾਂ ਨੌਜਵਾਨ ਬੱਚੇ ਆਪ ਦਾ ਮਾਂ ਪਿਓ ਛੱਡ ਕੇ ਬਾਹਰ ਨਾ ਜਾਣ, ਆਪਦੇ ਮਾਂ ਪਿਓ ਦੀ ਸੇਵਾ ਵੀ ਕਰਨ, ਅਤੇ ਆਪਦੇ ਪੰਜਾਬ 'ਚ ਜਾਂ ਹਿੰਦੁਸਤਾਨ 'ਚ ਕਿਤੇ ਵੀ ਆਪਦੇ ਨੌਕਰੀ ਕਰਨ, ਆਪਦਾ ਭਵਿੱਖ ਸਹੀ ਕਰਨ, ਹਿੰਦੁਸਤਾਨ ਨੂੰ ਗਾਂਹ ਵਧਾਉਣ। ਜਿੱਥੇ ਵੀ ਨੌਕਰੀ ਕਰਦਾ ਬੰਦਾ ਆਪਦੇ ਘਰੇ ਨੌਕਰੀ ਕਰਦਾ, ਪੰਜਾਬ 'ਚ ਕਰਦਾ ਜਾਂ ਜਿੱਥੇ ਮਰਜ਼ੀ ਕਰਦਾ, ਅਤੇ ਉਹ ਐਂ ਤਾਂ ਰਹਿੰਦਾ ਵੀ ਹਾਂ ਸਾਡਾ ਇੰਡੀਆ 'ਚ ਹੀ ਰਹਿੰਦਾ ਵੀ ਹਾਂ ਭਾਈ ਆ ਸ਼ਾਮ ਨੂੰ ਘਰੇ ਆ ਜਾਊਗਾ। ਅਤੇ ਕਿੱਥੇ ਪੁੱਤ ਹੁਣ ਸਾਨੂੰ 2-2 ਸਾਲ ਮਿਲਣਾ ਹੀ ਨਾ, ਅਤੇ ਉੱਥੇ ਜਾ ਕੇ ਜਿਹੜਾ ਤੁਹਾਡੇ ਸਾਹਮਣੇ ਆ ਵੀ ਕੀ ਹਾਲਤ ਹੁੰਦੀ ਹੈ, ਉੱਥੇ ਗਏ ਤਾਂ ਆਹ ਕੰਮ ਹੋਇਆ ਸਾਡੇ ਨਾਲ, ਕੀ ਹਾਲ ਹੋਇਆ। ਤਾਂ ਰੋਸਾ ਸਰਕਾਰਾਂ ਦੇ ਨਾਲ ਵੀ ਹੈ ਵੀ ਜੇ ਰੋਜ਼ਗਾਰ ਮੁਹੱਈਆ ਇੱਥੇ ਕਰਵਾਇਆ ਜਾਵੇ ਨੌਜਵਾਨਾਂ ਨੂੰ ਤਾਂ ਸ਼ਾਇਦ ਉਹ ਬਾਹਰ ਜਾ ਕੇ ਧੱਕੇ ਨਾ ਖਾਣ। ਆਕਾਸ਼ਦੀਪ, ਕੀ ਪਲਾਨ ਹੈ ਹੁਣ ਅੱਗੇ ਦਾ? ਕਿਉਂਕਿ ਜਿਨ੍ਹਾਂ ਹਾਲਾਤਾਂ ਦੇ ਵਿੱਚੋਂ ਇੱਕ ਵਾਰ ਤਾਂ ਮੈਨੂੰ ਲੱਗਦਾ ਬਾਹਰ ਦਾ ਨਾਂ ਸੁਣ ਕੇ ਮਨ ਦੇ ਵਿੱਚ ਡਰ ਵੀ ਆਉਂਦਾ ਹੋਊਗਾ। ਆਉਂਦਾ ਜੀ, ਆਉਂਦਾ, ਡਰ ਤਾਂ ਆਉਂਦਾ, ਪਰ ਦੇਖਾਂਗੇ ਵੀ ਕੀ ਬਣਦਾ। ਹਲੇ ਮੇਰਾ ਕੋਈ ਨਹੀਂ ਗਾ ਵੀ ਮੈਂ ਜਾਣਾ ਬਾਹਰ ਜਾਂ ਨਹੀਂ, ਪਰ 2-3 ਮਹੀਨੇ ਬਾਅਦ ਵੇਖੂੰਗਾ ਵੀ ਹਾਂ ਕੀ ਬਣਦਾ। ਕੀ ਸਿਹਤ ਉੱਦਾਂ ਠੀਕ ਹੈ ਹੁਣ? ਤੁਸੀਂ ਡਾਕਟਰ 'ਤੇ ਜਾ ਕੇ ਦਵਾਈ ਦਾਰੂ ਲਿਆ ਕੁਛ? ਨਹੀਂ, ਹਲੇ ਮੈਂ ਗਿਆ ਨਹੀਂ, ਹਲੇ ਤਾਂ ਹੁਣੇ ਹੀ ਆਇਆ। ਹੁਣ ਮੈਂ ਚੈੱਕ ਕਰਾਊਂਗਾ। ਮੇਰਾ ਨਾ ਸਿਰ ਦਰਦ ਕਰਦਾ, ਦਰਦ ਹੀ ਕਰੀ ਜਾਂਦਾ ਜੇ ਮਾੜਾ ਜਿਹਾ ਹਵਾ ਲੱਗ ਜੇ ਜਾਂ ਕੁਛ ਹੋਰ ਹੋ ਜੇ, ਅਤੇ ਜੇ ਐਂ ਸਰਾਣਾ ਵੀ ਲੈ ਲਾਂ ਫਿਰ ਵੀ ਦਰਦ ਹੁੰਦਾ, ਜੇ ਇੱਧਰ ਨੂੰ ਪਾਸਾ ਲੈ ਲਾਂ ਫਿਰ ਵੀ ਦਰਦ ਹੁੰਦਾ। ਅਖੀਰ ਦੇ ਵਿੱਚ ਮੈਂ ਉਹਨਾਂ ਵੀਰਾਂ ਦੇ ਲਈ, NRI ਭਰਾਵਾਂ ਦੇ ਲਈ ਤੁਹਾਡੇ ਲਫ਼ਜ਼ਾਂ ਦੇ ਵਿੱਚ ਮੈਂ ਉਹਨਾਂ ਦਾ ਧੰਨਵਾਦ ਕਰਵਾਉਣਾ ਚਾਹੂੰਗਾ, ਕਿਉਂਕਿ ਉਹ ਲੋਕ ਉਹ ਨੇ ਜਿਨ੍ਹਾਂ ਨੇ ਰੱਬ ਦਾ ਰੂਪ ਜਾਂ ਰੱਬ ਦੀ ਉਹ ਸੇਵਾ ਨਿਭਾਈ ਹੈ ਵੀ ਅੱਜ ਤੁਸੀਂ ਆਪਣੇ ਮਾਪਿਆਂ ਦੇ ਵਿੱਚ ਬੈਠੇ ਹੋ। ਮੈਂ ਤਾਂ ਆਹੀ ਕਹਿੰਦਾ ਵੀ ਜੇ ਤੁਸੀਂ ਨਾ ਹੁੰਦੇ ਤਾਂ ਮੈਂ ਵੀ ਨਹੀਂ ਹੋਣਾ ਸੀ ਜੀ। ਜੇ ਮੈਨੂੰ ਤੁਸੀਂ ਨਾ ਹੁੰਦੇ ਨਾ, ਜੇ ਉਹ ਨਾ ਹੁੰਦੇ ਜਿਨ੍ਹਾਂ ਨੇ ਮੇਰੀ ਹੈਲਪ ਕੀਤੀ ਹੈ, ਕੋਈ ਵੀ ਆ ਜਿੰਨੀ ਵੀ ਕੀਤੀ ਹੈ, ਅਤੇ ਜੇ ਉਹ ਨਾ ਹੁੰਦੇ ਅੱਜ ਮੈਂ ਖਤਮ ਸੀਗਾ ਜੀ। ਬਸ ਮੈਂ ਸਮਝ ਗਿਆ ਸੀਗਾ ਵੀ ਨਹੀਂ ਹੁਣ ਨਹੀਂ ਮੁੜਿਆ ਜਾਣਾ, ਮਰ ਜਾਣਾ ਬਸ ਇੱਥੇ। ਇੰਨੀ ਕੁ ਬੁਰੀ ਹਾਲਤ ਸੀ। ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਕੀਤਾ, ਬਹੁਤ ਬਹੁਤ ਧੰਨਵਾਦ ਆ। ਤਾਂ ਧੰਨਵਾਦ ਆਕਾਸ਼ਦੀਪ ਦੇ ਵੱਲੋਂ, ਬਜ਼ੁਰਗ ਮਾਤਾ ਪਿਤਾ ਦੇ ਵੱਲੋਂ ਕੀਤਾ ਜਾ ਰਿਹਾ ਹੈ। ਕਹਿੰਦੇ ਉਹਨਾਂ ਵੀਰਾਂ ਦਾ ਮੈਂ ਧੰਨਵਾਦ ਇਸ ਲਈ ਕਰਦਾ ਕਿਉਂਕਿ ਉਹਨਾਂ ਨੇ ਮੈਨੂੰ ਇੱਕ ਨਵੀਂ ਜ਼ਿੰਦਗੀ ਦਿੱਤੀ ਹੈ, ਇੱਕ ਨਵਾਂ ਜੀਵਨ ਦਿੱਤਾ ਹੈ। ਆਉਣ ਵਾਲੇ ਫਿਊਚਰ ਪਲਾਨਸ ਪਰਿਵਾਰ ਦੇ ਕੋਲ ਹੈ ਫਿਲਹਾਲ, ਔਰ ਜੋ ਇਹਦੇ ਸੱਟਾਂ ਸੀਗੀਆਂ, ਜਿਸ ਤਰੀਕੇ ਦੀ ਹਾਲਤ ਸੀਗੀ, ਕਮਜ਼ੋਰੀ ਹੈ, ਤਾਂ ਡਾਕਟਰ ਦੇ ਚੈੱਕਅਪ ਕਰਵਾਊਗਾ। ਉਸ ਤੋਂ ਬਾਅਦ ਅੱਗੇ ਕਹਿੰਦੇ ਪਰਿਵਾਰ ਦੇ ਨਾਲ ਰਹਿਣਾ ਹੈ। ਬਾਪੂ ਜੀ ਵੀ ਇਹੀ ਕਹਿੰਦੇ ਨੇ ਵੀ ਕਹਿੰਦੇ ਪੁੱਤ ਨੂੰ ਬਾਹਰ ਨਹੀਂ ਭੇਜਣਾ, ਕਿਉਂਕਿ ਮੈਂ ਜਿਹੜੇ ਤਕਲੀਫਾਂ ਪਿਛਲੇ 4 ਮਹੀਨੇ 'ਚ ਕੱਟੀਆਂ ਉਹ ਸ਼ਾਇਦ ਕਹਿੰਦੇ ਮੇਰੀ ਜ਼ਿੰਦਗੀ ਭਰ ਦੀਆਂ ਤਕਲੀਫਾਂ ਦੇ ਨਾਲੋਂ ਕਿਤੇ ਜ਼ਿਆਦਾ ਵੱਡੀਆਂ ਸੀ, ਕਿਉਂਕਿ ਮੇਰਾ ਪੁੱਤ, ਮਾਤਾ ਵੀ ਕਹਿੰਦੀ ਹੈ ਮੇਰਾ ਪੁੱਤ ਦੁੱਖਾਂ ਤੇ ਤਕਲੀਫਾਂ ਦੇ ਵਿੱਚ ਘਿਰਿਆ ਹੋਇਆ ਸੀ। ਨਾ ਤਾਂ ਕਿਸੇ ਦੋਸਤ ਨੇ ਸਾਥ ਦਿੱਤਾ ਉਸ ਵੇਲੇ, ਨਾ ਕਿਸੇ ਰਿਸ਼ਤੇਦਾਰ ਨੇ ਆ ਕੇ ਹਾਲ ਜਾਣਨ ਦੀ ਕੋਸ਼ਿਸ਼ ਕੀਤੀ। ਅਜਿਹੇ ਦੇ ਵਿੱਚ ਜੇ ਕੋਈ ਅੱਗੇ ਆਇਆ ਤਾਂ ਉਹ ਰੱਬ ਦੇ ਬੰਦੇ ਅੱਗੇ ਆਏ ਨੇ, NRI ਭਰਾ ਅੱਗੇ ਆਏ, ਜਿਨ੍ਹਾਂ ਦੇ ਵੱਲੋਂ ਆਪਣੀਆਂ ਕਿਰਤ ਕਮਾਈਆਂ ਦੇ ਵਿੱਚੋਂ ਕੱਢ ਕੇ ਦਸਵਾਂ ਹਿੱਸਾ ਇਸ ਨੌਜਵਾਨ ਦੀ ਘਰ ਵਾਪਸੀ ਕਰਵਾਉਣ ਦੇ ਉੱਤੇ ਲਗਾ ਦਿੱਤੀ। ਅਸੀਂ ਵੀ ਉਹਨਾਂ NRI ਭਰਾਵਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਹਮਦਰਦ ਮੀਡੀਆ ਦੀ ਇਸ ਖਬਰ ਦੇ ਉੱਤੇ ਭਰੋਸਾ ਜਤਾਇਆ, ਇਸ ਪਰਿਵਾਰ ਦੇ ਦਰਦਾਂ ਨੂੰ ਸਮਝਿਆ, ਦੁੱਖਾਂ ਨੂੰ ਸਮਝਿਆ ਔਰ ਮਦਦ ਦੇ ਲਈ ਅੱਗੇ ਆਏ। ਅਸੀਂ ਹਮਦਰਦ ਮੀਡੀਆ ਗਰੁੱਪ ਦੇ ਵੱਲੋਂ ਵੀ ਉਹਨਾਂ ਸਾਰੇ NRI ਭਰਾਵਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੇ ਵੱਲੋਂ ਜਦੋਂ ਹਮਦਰਦ TV ਦੇ ਉੱਤੇ ਆਕਾਸ਼ਦੀਪ ਦੀ ਖਬਰ ਚਲਾਈ ਗਈ ਤਾਂ ਉਸ ਖਬਰ ਤੋਂ ਬਾਅਦ ਕੋਸ਼ਿਸ਼ ਕੀਤੀ ਕਿ ਅਸੀਂ ਆਕਾਸ਼ਦੀਪ ਦੀ ਮਦਦ ਕਰੀਏ। ਵੱਡੀ ਗੱਲ ਸੀ ਕਿ ਉਹਨਾਂ ਨੇ ਹਮਦਰਦ ਮੀਡੀਆ ਗਰੁੱਪ ਦੀ ਖਬਰ ਦੇ ਉੱਤੇ ਭਰੋਸਾ ਜਤਾਇਆ ਔਰ ਭਰੋਸੇ ਤੋਂ ਬਾਅਦ ਮਦਦ ਦੇ ਲਈ ਅੱਗੇ ਆਏ। ਅਸੀਂ ਇੱਕ ਵਾਰ ਫਿਰ ਉਹਨਾਂ ਸਾਰੇ NRI ਭਰਾਵਾਂ ਦਾ ਧੰਨਵਾਦ ਕਰਦੇ ਹਾਂ। ਸੋ ਜੇਕਰ ਤੁਹਾਡੇ ਕੋਲ ਵੀ ਕੋਈ ਜਾਣਕਾਰੀ ਹੈ ਜਾਂ ਕੋਈ ਕਹਾਣੀ ਜਾਂ ਕੋਈ ਅਜਿਹਾ ਦਾਸਤਾਨ ਸਾਡੇ ਨਾਲ ਸਾਂਝੀ ਕਰਨੀ ਚਾਹੁੰਦੇ ਹੋ, ਹਮਦਰਦ ਮੀਡੀਆ ਦੇ ਜ਼ਰੀਏ ਦੇਸ਼ ਦੁਨੀਆ ਤੱਕ ਪਹੁੰਚਾਉਣਾ ਚਾਹੁੰਦੇ ਹੋ, ਤਾਂ ਤੁਸੀਂ ਸਾਨੂੰ 98 782 83 334 ਦੇ ਉੱਤੇ ਕਾਲ ਕਰ ਸਕਦੇ ਹੋ। ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਤੱਕ ਪਹੁੰਚਣ ਦੀ,
ਤੁਹਾਡੀ ਉਸ ਕਹਾਣੀ ਨੂੰ ਦੁਨੀਆ ਦੇ ਸਾਹਮਣੇ ਨਸ਼ਰ ਕਰਨ ਦੀ। ਬਜ਼ੁਰਗ ਕੁਝ ਕਹਿਣਾ ਚਾਹੁੰਦੇ ਨੇ, ਕੀ ਕਹਿਣਾ ਚਾਹੁੰਦੇ? ਮੇਰੇ ਮੈਂ ਇਹ ਕਹਿਣਾ ਚਾਹੁੰਦਾ ਵੀ ਕਰਨੈਲ ਸਿੰਘ ਕੈਲਗਰੀ ਰਹਿੰਦੇ ਆ, ਉਹ ਲਾਂਬੜਾ ਪਿੰਡ ਦੇ ਨੇੜੇ ਆ। ਉਹਨਾਂ ਨੇ 2 ਵਾਰੀ ਟਿਕਟ ਕਰਾਈ, ਪਰ ਉੱਥੇ ਰਬਾਬ ਨੇ ਟਿਕਟ ਨਾ ਤਾਂ ਕੈਂਸਲ ਕਰਨ ਦਿੱਤੀ, ਨਾ ਸਾਡੀ ਉਹ ਰਿਫੰਡ ਕਰਨ ਦਿੱਤੀ। ਉਹ ਕੈਂਸਲ ਪਹਿਲੀ ਵੀ ਗਈ, ਖ਼ਤਮ ਹੋ ਗਏ ਪੈਸੇ, ਉਹ ਵੀ ਗਏ। ਪਰ ਦੂਜੀ ਵਾਰ ਫੇਰ ਕਰਨੈਲ ਸਿੰਘ ਕਹਿੰਦਾ ਬਾਈ ਤੂੰ ਪੈਸੇ ਨਹੀਂ ਲਾਉਣੇ, ਪੈਸੇ ਮੈਂ ਲਾਉਂਗਾ, ਤੇਰੇ ਕੋਲੇ ਪੈਸੇ ਆ ਜਿਹੜੇ ਤੂੰ ਆਪਦੇ ਦਵਾਈ ਦਾਰੂ ਤੇ ਲਾ ਲਾ, ਮੈਂ ਪੈਸੇ ਲਾ ਕੇ ਮੈਂ ਟਿਕਟ ਭੇਜੂੰਗਾ, ਮੁੰਡਾ ਆਪੇ ਆਊਗਾ। ਦੂਜੀ ਵਾਰ ਬਾਈ ਮੇਰੇ ਆ ਉਹਨੇ ਫੇਰ ਟਿਕਟ ਭੇਜੀ ਤੇ ਮੇਰਾ ਮੁੰਡਾ ਮੇਰੇ ਘਰੇ ਆ ਗਿਆ। ਕਰਨੈਲ ਸਿੰਘ ਜੀ ਕੈਨੇਡਾ ਤੋਂ ਨੇ, ਉਹਨਾਂ ਦਾ ਵੀ ਕੈਲਗਰੀ ਤੋਂ ਦੱਸ ਰਹੇ ਨੇ, ਤਾਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਕਿ ਉਹਨਾਂ ਨੇ ਆਪਣੀਆਂ ਨੇਕ ਕਮਾਈਆਂ ਦੇ ਵਿੱਚੋਂ ਆਕਾਸ਼ਦੀਪ ਦੀ ਘਰ ਵਾਪਸੀ ਕਰਵਾਉਣ ਦੇ ਲਈ ਵੱਡੇ ਯਤਨ ਕੀਤੇ। ਟਿਕਟ ਤੇ ਟਿਕਟ ਕੈਂਸਲ ਹੁੰਦੀ ਰਹੀ, ਰਬਾਬ ਤੰਗ ਕਰਦਾ ਰਿਹਾ, ਪਰ ਬਾਵਜੂਦ ਉਸਦੇ ਕਰਨੈਲ ਸਿੰਘ ਜੀ ਡਟੇ ਰਹੇ ਵੀ ਟਿਕਟ ਮੈਂ ਹੀ ਕਰਵਾਊਂਗਾ, ਪੁੱਤ ਦੀ ਘਰ ਵਾਪਸੀ ਤੁਹਾਡੇ ਦੀ ਮੈਂ ਹੀ ਕਰਵਾਵਾਂਗਾ। ਤਾਂ ਵੱਡੀ ਸੇਵਾ ਨਿਭਾਈ ਹੈ, ਧੰਨਵਾਦ ਕਰਦੇ ਹਾਂ ਉਹਨਾਂ ਦਾ ਵੀ। ਤਾਂ ਇੱਕ ਵਾਰ ਫਿਰ ਸਾਡੀ ਅਪੀਲ ਹੈ, ਜੇਕਰ ਤੁਸੀਂ ਹਮਦਰਦ ਮੀਡੀਆ ਦੇ ਰਾਹੀਂ ਕੋਈ ਖਬਰ ਜਿਹੜੀ ਹੈ ਦੇਸ਼ ਦੁਨੀਆ ਤੱਕ ਪਹੁੰਚਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਸੰਪਰਕ ਕਰਨ ਲਈ ਤੁਸੀਂ ਨੰਬਰ ਨੋਟ ਕਰ ਲਓ ਸਾਡਾ 9872 83334। ਤੁਸੀਂ ਇਸ ਨੰਬਰ ਤੇ ਕਾਲ ਕਰਕੇ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਤੇ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੀ ਆਵਾਜ਼ ਨੂੰ ਦੁਨੀਆ ਤੱਕ ਪਹੁੰਚਾਉਣ ਦੀ। ਫਿਲਹਾਲ ਕੈਮਰਾਮੈਨ ਵਰਿੰਦਰ ਮਹਿਰਾ ਦੇ ਨਾਲ ਸੁਖਵਿੰਦਰ ਸਿੰਘ, ਹਮਦਰਦ TV, ਬਾਘਾ ਪੁਰਾਣਾ।